ਚੈਨਲ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ। ਦੋਸਤੋ ਜਦੋਂ ਵੀ ਅਸੀਂ ਪੰਜਾਬ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਇਹੀ ਗੱਲ ਆਉਂਦੀ ਆ ਵੀ ਸਾਡਾ ਆਉਣ ਵਾਲਾ ਭਵਿੱਖ ਕਿਸ ਤਰ੍ਹਾਂ ਦਾ ਹੋਏਗਾ। ਕਿਉਂਕਿ ਇਸੇ ਭਵਿੱਖ ਦੇ ਵਿੱਚੋਂ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨੇਤਾ ਬਣਨਾ ਹੈ, ਕੋਈ ਆਈਪੀਐਸ ਆਫੀਸਰ ਬਣਨਾ ਹੈ, ਕੋਈ ਡਾਕਟਰ ਬਣਨਾ ਹੈ, ਕੋਈ ਇੰਜੀਨੀਅਰ ਬਣਨਾ ਤੇ ਕੋਈ ਵਕੀਲ ਬਣਨਾ ਹੈ। ਜੇ ਇਹਨਾਂ ਦੀ ਐਜੂਕੇਸ਼ਨ ਪ੍ਰੋਪਰ ਹੋਏਗੀ ਫੇਰ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਮਝ ਸਕਦੇ ਪੰਜਾਬ ਆਪਣੇ ਪੈਰਾਂ ਸਿਰ ਖੜਾ ਹੋ ਕੇ ਰਹਿ ਸਕਦਾ ਹੈ। ਤੇ ਇਹ ਸਾਰੇ ਕੰਮਾਂ ਦੇ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਆਪਣਾ ਇੱਕ ਅਹਿਮ ਰੋਲ ਜਿਹੜਾ ਉਹ ਅਦਾ ਕਰ ਰਿਹਾ ਤੇ ਉਹ ਸਪੋਰਟ ਚਾਹੁੰਦਾ ਹੈ ਵਿਦੇਸ਼ਾਂ ਵਿੱਚ ਵਸਦੇ ਹੋਏ ਪੰਜਾਬੀਆਂ ਦੀ, ਤੇ ਹੁਣ ਤੱਕ ਬਹੁਤ ਵਧੀਆ ਸਪੋਰਟ ਉਹਨਾਂ ਨੂੰ ਦਿੱਤੀ ਵੀ ਹੈ ਵਿਦੇਸ਼ਾਂ ਵਿੱਚ ਵਸਦੇ ਹੋਏ ਪੰਜਾਬੀਆਂ ਨੇ, ਚਾਹੇ ਉਹ ਅਮਰੀਕਾ ਦੀ ਗੱਲ ਕਰ ਲਈਏ, ਚਾਹੇ ਹੋਰ ਕਿਸੇ ਕੰਟਰੀ ਦੀ ਗੱਲ ਕਰ ਲਈਏ। ਤੇ ਪਰ ਹੁਣ ਕੈਨੇਡਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਲੋਕਾਂ ਦੇ ਨਾਲ ਜੁੜੇ ਹੋਏ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਵਲੰਟੀਅਰਸ, ਔਰ ਉਹਨਾਂ ਵੱਲੋਂ ਲੋਕਾਂ ਦੀ ਮਦਦ ਦੇ ਲਈ ਇਹ ਪ੍ਰੋਗਰਾਮ ਜਿਹੜਾ ਖਾਸ ਤੌਰ ਤੇ ਸ਼ੁਰੂ ਕੀਤਾ ਗਿਆ ਹੈ। ਕਿਉਂ ਕੀਤਾ ਗਿਆ, ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣਗੀਆਂ ਇਸ ਪ੍ਰੋਗਰਾਮ ਦੇ ਵਿੱਚ, ਔਰ ਪ੍ਰੋਪਰ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਹਾਡੇ ਕੋਈ ਸ਼ੰਕੇ ਨੇ, ਸਵਾਲ ਨੇ, ਤੁਸੀਂ ਉਹ ਵੀ ਕਮੈਂਟ ਦੇ ਰੂਪ ਦੇ ਵਿੱਚ ਸਾਡੀ ਵੀਡੀਓ ਦੇ ਥੱਲੇ ਕਰ ਸਕਦੇ ਹੋ, ਤੇ ਤਾਂ ਕਿ ਜਿਹੜੇ ਵਲੰਟੀਅਰਸ ਜਾਂ ਜਿਹੜੇ ਸੰਚਾਲਕ ਨੇ ਬੜੂ ਸਾਹਿਬ ਦੇ ਨਾਲ ਜੁੜੇ ਹੋਏ, ਉਹਨਾਂ ਤੱਕ ਉਹ ਮੈਸੇਜ ਤੁਹਾਡਾ ਜਿਹੜਾ ਪਹੁੰਚ ਜਾਵੇ। ਸੋ ਆਓ ਸਵਾਗਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਵੀਦੀਪ ਕੌਰ ਮੁਕਤਾ ਜੀ, ਜਿਹੜੇ ਕਿ ਅਮਰੀਕਾ ਤੋਂ ਨੇ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨਗੇ, ਔਰ ਉਹਨਾਂ ਦੇ ਨਾਲ ਹਰਪ੍ਰੀਤ ਸਿੰਘ ਜੀ ਜਿਹੜੇ ਕਿ ਕੈਲਗਰੀ ਤੋਂ ਜੁੜਦੇ ਨੇ, ਔਰ ਉਹਨਾਂ ਦੇ ਨਾਲ ਅੱਜ ਸਾਨੂੰ ਫਸਟ ਟਾਈਮ ਜੁਆਇਨ ਕਰ ਰਹੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਹਰਪ੍ਰੀਤ ਕੌਰ ਜੀ ਜਿਹੜੇ ਕਿ ਟੋਰਾਂਟੋ ਤੋਂ ਨੇ। ਸਾਰਿਆਂ ਨੂੰ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲਬਾਤ ਪਹਿਲਾਂ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇਹ ਇੱਕ ਵਾਰੀ ਗੱਲ ਕਲੀਅਰ ਕਰਨੀ ਚਾਹੁੰਦਾ ਵਾਂ। ਇੰਡੀਆ ਦੇ ਵਿੱਚ ਜਦੋਂ ਵੀ ਅਸੀਂ ਸੋਚਦੇ ਹਾਂ ਵੀ ਉੱਥੇ ਬੜੂ ਸਾਹਿਬ ਵਾਲੇ ਲੋਕਾਂ ਤੋਂ ਫੰਡ ਕਿਉਂ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਿਉਂ ਕਰਦੇ ਨੇ? ਕਿਉਂਕਿ ਆਮ ਤੌਰ ਤੇ ਸਾਰਿਆਂ ਨੂੰ ਇਹ ਭੁਲੇਖਾ ਵੀ ਸ਼ਾਇਦ ਸਾਰੇ ਹੀ ਬੱਚੇ ਉੱਥੇ ਜਿਹੜੇ ਪੜ੍ਹਦੇ ਨੇ ਉਹ ਸਾਰਿਆਂ ਤੋਂ ਫੀਸ ਲੈਂਦੇ ਨੇ। ਓਵਰਆਲ ਜੇ ਆਪਾਂ ਗੱਲ ਕਰੀਏ ਤਾਂ 70,000 ਤੋਂ ਵੱਧ ਬੱਚੇ ਬੜੂ ਸਾਹਿਬ ਅਕੈਡਮੀਆਂ ਦੇ ਵਿੱਚ, ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਤੇ ਉਹਦੇ ਵਿੱਚੋਂ 26,000 ਬੱਚੇ ਅਜਿਹੇ ਨੇ ਜਿਹੜੇ ਕਿ ਕੋਈ ਨਾ ਕੋਈ ਪ੍ਰੋਗਰਾਮ ਦੇ ਤਹਿਤ ਉਹਨਾਂ ਨੇ ਐਡਮਿਸ਼ਨ ਲਈ ਹੋਈ ਆ, ਚਾਹੇ ਉਹ ਕਿਸੇ ਕਿਸਾਨ ਜਿਹੜੇ ਖੁਦਕੁਸ਼ੀ ਕਰ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਬਿਲੋਂਗ ਕਰਦੇ ਨੇ, ਚਾਹੇ ਉਹ ਗ੍ਰੰਥੀ ਸਿੰਘਾਂ ਦੇ ਬੱਚੇ ਜਿਹੜੇ ਕਿ ਉਹ ਇਨਵੋਲਵ ਕਰਦੇ ਨੇ। ਜਾਣੀ ਕਿ ਜਿਹੜੇ ਅਫੋਰਡ ਨਹੀਂ ਕਰ ਸਕਦੇ ਸਟੱਡੀ, ਉਹ ਬੱਚੇ ਆ 26,000। ਸੋ ਉਹ 26,000 ਬੱਚਿਆਂ ਨੂੰ ਪੜ੍ਹਾਉਣ ਦਾ ਜ਼ਿੰਮਾ ਜਿਹੜਾ ਹੈ ਉਹ ਬੜੂ ਸਾਹਿਬ ਸੰਸਥਾ ਵਾਲੇ ਚਾਹੁੰਦੇ ਨੇ ਕਿ ਬਾਹਰਲੇ ਮੁਲਕਾਂ ਵਿੱਚ ਵਸਦੇ ਹੋਏ ਪੰਜਾਬੀ ਆਪਣੇ ਸਿਰ ਲੈਣ। 70,000 ਦੇ ਵਿੱਚੋਂ 26,000 ਬੱਚੇ ਉਸ ਤਰ੍ਹਾਂ ਦੇ ਨੇ। ਉਹ ਕੈਟੇਗਰੀ ਆ, ਕਿਹੜੀ ਕੈਟੇਗਰੀ ਆ, ਸਾਰੀ ਗੱਲਬਾਤ ਕਰਾਂਗੇ। ਔਰ ਸੰਤ ਅਤਰ ਸਿੰਘ ਜੀ ਹੁਣਾਂ ਨੇ ਸ਼ੁਰੂ ਕੀਤਾ ਸੀ ਉਪਰਾਲਾ, ਉਸ ਤੋਂ ਬਾਅਦ ਹੌਲੀ ਹੌਲੀ ਫਿਰ ਸੰਤ ਤੇਜਾ ਸਿੰਘ ਜੀ, ਫਿਰ ਆਪਣੇ ਬਾਬਾ ਇਕਬਾਲ ਸਿੰਘ ਜੀ, ਔਰ ਡਾਕਟਰ ਖੇਮ ਸਿੰਘ ਗਿੱਲ ਜੀ ਜਿਹੜੇ ਪਿਛਲੇ ਸਮੇਂ ਸਾਨੂੰ ਵਿਛੋੜਾ ਵੀ ਦੇ ਗਏ ਆ, ਪਰ ਉਹਨਾਂ ਦੇ ਲਾਏ ਹੋਏ ਬੂਟੇ ਅੱਜ ਕਿਵੇਂ ਫਲ ਫੁੱਲ ਰਹੇ ਨੇ ਸਾਰਿਆਂ ਦੇ ਸਾਹਮਣੇ ਆ। ਸੋ ਸਾਨੂੰ ਲੋੜ ਹੈ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੇ ਨਾਲ ਖੜਨ ਦੀ, ਔਰ ਅੱਜ ਪੂਰੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਸੰਸਥਾ ਔਰ ਕਿਸ ਤਰ੍ਹਾਂ ਤੁਸੀਂ ਇਸ ਸੰਸਥਾ ਦੇ ਨਾਲ ਜੁੜ ਸਕਦੇ ਹੋ, ਕਿਉਂ ਜ਼ਰੂਰੀ ਹੈ, ਕਿਉਂ ਸਾਡਾ ਇੱਕ ਅਖਲਾਕੀ ਫਰਜ਼ ਬਣਦਾ ਹੈ ਵੀ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਜੁੜੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਭਵਿੱਖ ਆ ਪੰਜਾਬ ਦਾ ਉਹ ਸੁਨਹਿਰੀ ਹੋ ਸਕੇ। ਸੋ ਰਵੀਦੀਪ ਕੌਰ ਮੁਕਤਾ ਜੀ, ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਆਉਣਾ ਚਾਹਾਂਗਾ ਵੀ ਕਿਸ ਤਰ੍ਹਾਂ ਦੇ ਨਾਲ ਬੜੂ ਸਾਹਿਬ ਦੇ ਨਾਲ ਲੋਕ ਜੁੜ ਸਕਦੇ ਨੇ, ਵੇਜ਼ ਟੂ ਕਨੈਕਟ ਕੀ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਸੀਂ ਬਹੁਤ ਸੋਹਣਾ ਕਿਹਾ ਕਿ ਪੰਜਾਬ ਦਾ ਜਿਹੜਾ ਭਵਿੱਖ ਹੈਗਾ ਉਹ ਕਿਸ ਤਰ੍ਹਾਂ ਸੋਹਣਾ ਹੋ ਸਕਦਾ ਹੈਗਾ ਵੇ, ਤੇ ਉਹਦਾ ਇੱਕੋ ਹੀ ਜ਼ਰੀਆ ਵੀਰ ਜੀ ਸਾਡਾ ਪੰਜਾਬ ਦਾ ਜਿਹੜਾ ਭਵਿੱਖ ਹੈਗਾ ਵੇ, ਜਾਂ ਸਾਡੇ ਪੰਜਾਬ ਦੀ ਪਨੀਰੀ ਹੈਗੀ ਏ, ਜਾਂ ਸਾਡੇ ਪੰਜਾਬ ਦੀ ਜਿਹਨੂੰ ਆਪਾਂ ਕਹਿੰਦੇ ਆ ਜਵਾਨੀ ਹੈਗੀ ਏ, ਉਹ ਜਿਹੜੀ ਸੁਨਹਿਰੀ ਹੋ ਸਕਦੀ ਹੈਗੀ ਏ, ਉਹ ਤਾਂ ਹੋ ਸਕਦੀ ਏ ਜੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ। ਪੰਜਾਬ ਦੇ ਘਰ ਦਾ ਕੋਈ ਵੀ ਬੱਚਾ ਜਿਹੜਾ ਵੇ ਉਹ ਅਨਪੜ੍ਹ ਨਹੀਂ ਹੋਣਾ ਚਾਹੀਦਾ। ਪੜ੍ਹਿਆ ਲਿਖਿਆ ਹੋਏਗਾ ਤੇ ਵੀ ਜੀ ਉਹ ਅੱਛੀ ਜੌਬ ਪਾਏਗਾ, ਉਹ ਅੱਛਾ ਇਨਸਾਨ ਬਣ ਪਾਏਗਾ, ਤੇ ਉਹ ਅੱਗੋਂ ਆਪਣੀਆਂ ਜਨਰੇਸ਼ਨਸ ਨੂੰ, ਆਪਣੀ ਪਨੀਰੀ ਨੂੰ ਆਪੇ ਹੀ ਸਾਂਭ ਪਾਏਗਾ। ਫਾਈਨੈਂਸ਼ਲੀ ਉਹ ਸਟਰੋਂਗ ਹੋਏਗਾ। ਉਹ ਡਿਸੀਜਨ ਆਪ ਜੀ ਨੇ ਪਹਿਲੇ ਬਿਲਕੁਲ ਸ਼ੁਰੂਆਤ ਵਿੱਚ ਕਿਹਾ ਕਿ ਜਿਵੇਂ IAS ਆਫਿਸਰ, IPS ਆਫਿਸਰ, ਜਦੋਂ ਤੱਕ ਸਾਡੇ ਪੰਜਾਬ ਜਦੋਂ ਤੱਕ ਦੂਜਿਆਂ ਦੇ ਹੱਥਾਂ ਦੇ ਵਿੱਚ ਖੇਲਦਾ ਰਹੇਗਾ, ਪੰਜਾਬ ਦਾ ਸੁਨਹਿਰਾ ਭਵਿੱਖ ਨਹੀਂ ਆਪਾਂ ਦੇਖ ਸਕਦੇ। ਜਦੋਂ ਤੱਕ ਪੰਜਾਬ ਦੇ ਡਿਸੀਜਨ ਮੇਕਰ, ਜਿਹੜੇ ਸਾਡੇ ਪੰਜਾਬ ਦੇ ਬੱਚੇ ਆਪ ਹੀ ਹੋਣਗੇ, ਪੜ੍ਹੇ ਲਿਖੇ ਹੋਣਗੇ, IPS ਆਫਿਸਰਸ, ਉਹ ਵਾਲੀਆਂ
ਟੌਪ ਦੀਆਂ ਪੋਜੀਸ਼ਨਸ ਤੇ ਆਪਣੇ ਬੱਚੇ ਹੋਣਗੇ, ਤਾਂਹੀਓ ਉਹ ਆਪਣੇ ਪੰਜਾਬ ਦਾ ਸੁਨਹਿਰਾ ਭਵਿੱਖ ਜਿਹੜਾ ਸੋਚ ਪਾਉਣਗੇ, ਦੇਖ ਪਾਉਣਗੇ ਤੇ ਫਿਰ ਇੰਪਲੀਮੈਂਟ ਕਰ ਪਾਉਣਗੇ। ਉਹ ਡਿਸਾਈਡ ਕਰ ਜੀ ਪਾਉਣਗੇ ਸਾਰੇ ਲਾਅ ਐਂਡ ਸਾਡੇ ਪੰਜਾਬ ਦੇ ਕੀ ਬਣਨੇ ਚਾਹੀਦੇ ਨੇ। ਪੰਜਾਬ ਦੀ ਹੱਕ ਦੀ ਗੱਲ ਹੋ ਪਾਏਗੀ। ਉਹ ਗੱਲ ਜਦੋਂ ਤੱਕ ਜੁੜ ਕਹਿੰਦੇ ਨੇ ਕਿਸ ਨਾ ਤਰ੍ਹਾਂ ਕਿ ਸਕਦੇ ਸਾਡੇ ਨੇ? ਮੇਰਾ ਸਵਾਲ ਬੇਸਿਕਲੀ ਇਹ ਵੀ ਬੜੂ ਸਾਹਿਬ ਦੇ ਨਾਲ ਜੁੜ ਕਿਵੇਂ ਸਕਦੇ ਨੇ? ਕਿਹੜੇ ਤਰੀਕੇ ਆ ਜਿਨ੍ਹਾਂ ਦੇ ਨਾਲ ਉਹ ਤੁਹਾਡੇ ਨਾਲ ਜੁੜ ਕੇ ਕਿੱਥੇ ਡੋਨੇਟ ਕਰ ਸਕਦੇ ਨੇ? ਅਸੀਂ ਵੀਰ ਜੀ ਸਾਡੇ ਉੱਪਰ ਸਕਰੀਨ ਤੇ ਨੰਬਰ ਚੱਲ ਰਹੇ ਹੈਗੇ ਨੇ, ਆਪਣੇ ਹਰਪ੍ਰੀਤ ਸਿੰਘ ਧਾਲੀਵਾਲ ਵੀਰ ਜੀ ਨੂੰ ਕਾਲ ਕਰਕੇ ਕ੍ਰੈਡਿਟ ਕਾਰਡ ਦੇ ਥਰੂ ਵੀ ਪੇਮੈਂਟ ਕਰ ਸਕਦੇ ਨੇ, ਡੈਬਿਟ ਕਾਰਡ ਦੇ ਥਰੂ ਵੀ ਕਰ ਸਕਦੇ ਨੇ, ਆਨਲਾਈਨ ਤੇ ਜਾ ਕੇ ਵੀ ਕਰ ਸਕਦੇ, ਵੈਬਸਾਈਟ ਤੇ ਜਾ ਕੇ ਚੈੱਕ ਵੀ ਮੇਲ ਕਰ ਸਕਦੇ ਨੇ। ਆਪਣੀ ਚੈਰਿਟੀ ਰਜਿਸਟਰ ਹੈਗੀ ਹੈ ਜਿਹੜਾ ਕਿ ਲੀਗਲ ਵੇ ਦੇ ਨਾਲ ਜਦੋਂ ਆਪਾਂ ਕਰਦੇ ਆ ਤੇ ਸਾਨੂੰ ਜਿਹੜਾ ਟੈਕਸ ਐਗਜ਼ੈਂਪਟ ਰਸੀਦ ਜਿਹੜੀ ਹੈ ਉਹ ਸਾਡੀ ਚੈਰਿਟੀ ਵੱਲੋਂ ਡੋਨਰ ਨੂੰ ਪ੍ਰੋਵਾਈਡ ਕੀਤੀ ਜਾਏਗੀ। ਤੇ ਹੁਣ ਕਿਹੜੇ ਪ੍ਰੋਗਰਾਮਸ ਦੇ ਅੰਦਰੋਂ ਡੋਨੇਟ ਕਰ ਸਕਦੇ ਹੈਗੇ ਨੇ। ਜਿਹੜਾ ਪ੍ਰੋਗਰਾਮ ਚੱਲ ਰਿਹਾ ਇਸ ਟਾਈਮ, ਜਿਹੜੀ ਮੁਹਿੰਮ ਚੱਲ ਰਹੀ ਹੈ ਉਹ ਚੱਲ ਰਹੀ ਹੈਗੀ ਸਪਾਂਸਰਿੰਗ ਅ ਚਾਈਲਡ ਤੇ ਸਪਾਂਸਰਸ਼ਿਪ ਹਨਾ, ਤੇ ਉਹਦੇ ਵਿੱਚ ਅਸੀਂ $500 ਦੇ ਕੇ ਇੱਕ ਬੱਚੇ ਦਾ 1 ਸਾਲ ਦਾ ਪੂਰਾ ਪੜ੍ਹਾਈ ਦਾ ਖਰਚਾ ਅਸੀਂ ਚੱਕ ਸਕਦੇ ਹੈਗੇ ਆ, ਜਿਹਦੇ ਵਿੱਚ ਉਹਦੀਆਂ ਬੁੱਕਸ ਇਨਕਲੂਡ ਨੇ, ਜਿਹਦੇ ਚ ਉਹਦਾ ਟਰਾਂਸਪੋਰਟੇਸ਼ਨ ਇਨਕਲੂਡ ਹੈ, ਸਕੂਲ ਫੀਸ ਪਲੱਸ ਯੂਨੀਫਾਰਮ ਹੋ ਗਈ ਪਲੱਸ ਟਿਊਸ਼ਨ ਫੀ ਹੋ ਗਈ। ਤੇ ਅਸੀਂ ਉਹਨੂੰ ਮੰਥਲੀ ਵੀ ਦੇ ਸਕਦੇ ਹਾਂ, ਅਸੀਂ ਵਨ ਟਾਈਮ $500 ਦੇ ਕੇ ਇੱਕ ਬੱਚੇ ਦੀ 1 ਸਾਲ ਦੀ ਐਜੂਕੇਸ਼ਨ ਨੂੰ ਸਪਾਂਸਰ ਕਰ ਸਕਦੇ ਹਾਂ। ਉਹਦੇ ਨਾਲ ਦੇ ਨਾਲ ਇੱਕ ਪ੍ਰੋਗਰਾਮ ਹੋਰ ਚੱਲ ਰਿਹਾ ਹੈਗਾ ਜਿਹੜਾ ਇੰਡੋਮੈਂਟ ਫੰਡ ਵਿਚ ਇਜ਼ ਜਿਹੜਾ ਹੈ ਕਿ $4,000, ਜਿਹਦੇ ਵਿੱਚ ਅਸੀਂ $4,000 ਦੇ ਕੇ ਇੱਕ ਬੱਚੇ ਦੀ ਪੂਰੀ ਕਿੰਡਰਗਾਰਟਨ ਤੋਂ ਲੈ ਕੇ 12th ਗ੍ਰੇਡ ਤੱਕ, ਦੈਟ ਮੀਨਸ 14 ਇਅਰਸ ਦੀ ਜਿਹੜੀ ਉਹਦੀ ਪੜ੍ਹਾਈ ਹੈਗੀ ਹੈ ਉਹਦੀ ਅਸੀਂ ਉਹਨੂੰ ਸਪਾਂਸਰ ਕਰ ਸਕਦੇ ਹੈਗੇ ਆ। ਸੋ ਇੱਕ $4,000 ਦਿੰਦੇ ਆ ਤੇ ਇੱਕ ਬੱਚੇ ਦਾ 14 ਸਾਲ ਦਾ ਉਹਦੇ ਮਾਤਾ ਪਿਤਾ ਦਾ ਫਿਕਰ ਖਤਮ ਕਰ ਦਿੰਦੇ ਆ ਅਸੀਂ। ਤੇ ਉਹ ਅਸੀਂ ਉਹ ਪ੍ਰੋਗਰਾਮ ਕਿਸ ਤਰ੍ਹਾਂ ਹੁੰਦਾ ਵੀਰ ਜੀ, ਉਹ $4,000 ਉਹ ਅਕਾਊਂਟ ਵਿੱਚ ਡਿਪੋਜ਼ਿਟ ਹੋ ਜਾਂਦਾ। ਜਿਵੇਂ ਇੱਥੇ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਪਤਾ ਇੰਡੋਮੈਂਟ ਫੰਡ ਉਹਨਾਂ ਦਾ ਹੁੰਦਾ ਹੈ, ਉਹਦੇ ਇੰਟਰਸਟ ਦੇ ਨਾਲ ਕਿੰਨਾ ਲੰਬੇ ਟਾਈਮ ਤੱਕ ਉਹ ਸਕਾਲਰਸ਼ਿਪ ਦਿੰਦੇ ਨੇ ਬੱਚਿਆਂ ਨੂੰ। ਤੇ ਯੂਨੀਵਰਸਿਟੀਜ਼ ਦੇ ਵਿੱਚ ਆਪਣੇ ਅਮਰੀਕਾ ਦੇ ਵਿੱਚ ਤੇ ਵੀਰ ਜੀ ਬਹੁਤ ਵੱਡਾ ਇੰਡੋਮੈਂਟ ਫੰਡ ਹਰ ਯੂਨੀਵਰਸਿਟੀ ਕੋਲ ਸੈਪਰੇਟ ਪਿਆ ਹੁੰਦਾ ਹੈ, ਵਿੱਚੋਂ ਉਹ ਸਕਾਲਰਸ਼ਿਪਸ ਦਿੰਦੇ ਹੈਗੇ ਨੇ ਬੱਚਿਆਂ ਨੂੰ, ਹੈਲਪ ਕਰਦੇ ਨੇ ਬੱਚਿਆਂ ਨੂੰ ਹੋਰ ਪੜ੍ਹਾਈ, ਇੰਟੈਲੀਜੈਂਟ ਸਟੂਡੈਂਟਸ ਨੂੰ। ਐਗਜ਼ੈਕਟਲੀ ਉਹ ਫੰਡ ਦੇ ਇੰਟਰਸਟ ਦੇ ਨਾਲ 14 ਸਾਲ ਦਾ ਪੜ੍ਹਾਈ ਬੱਚੇ ਦਾ ਖਰਚਾ ਨਿਕਲਣਾ। ਇੱਕ ਇਹਦੇ ਵਿੱਚ ਮੈਂ ਹੋਰ ਚੀਜ਼ ਐਡ ਕਰਨਾ ਚਾਹਾਂਗੀ ਵੀਰ ਜੀ, ਉਹ 14 ਸਾਲ ਤੋਂ ਬਾਅਦ ਉਹ ਬੱਚਾ 12ਵੀਂ ਤੋਂ ਬਾਅਦ ਯੂਨੀਵਰਸਿਟੀ ਲੈਵਲ ਤੇ ਚਲਾ ਗਿਆ, ਉਹ ਇੰਟਰਸਟ ਉੱਥੇ ਮੁੱਕ, ਉਸ ਫੰਡ ਤੇ ਦੂਸਰਾ ਬੱਚਾ ਆ ਜਾਏਗਾ ਵੀਰ ਜੀ। ਉਹ ਇਹ ਜਿਹੜਾ $4,000 ਹੈ ਟਾਈਮ ਸਾਡੀ ਸੇਵਾ ਵੇ, ਜਦੋਂ ਤੱਕ ਅਸੀਂ ਜ਼ਿੰਦਾ ਰਵਾਂਗੇ ਨਹੀਂ ਰਵਾਂਗੇ, ਬਟ ਤੁਹਾਡੇ ਇਸ ਫੰਡ ਨਾਲ ਬਹੁਤ ਬੱਚਿਆਂ ਨੇ ਜਿਹੜਾ ਕਿ ਪੜ ਜਾਣਾ ਹੈਗਾ। ਜੀ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਐਕਸਪਲੇਨ ਕੀਤਾ ਹੈ ਵੀ ਕਿਸ ਤਰ੍ਹਾਂ ਕਨੈਕਟ ਹੋ ਸਕਦੇ ਆ ਔਰ ਕਿਸ ਤਰ੍ਹਾਂ ਇੱਕ ਬੱਚੇ ਨੂੰ ਤੁਸੀਂ ਸਪੋਰਟ ਕਰਕੇ ਉਹਦੀ ਸਾਰੀ ਜ਼ਿੰਦਗੀ ਹੈ ਜਿਹੜੀ ਤੁਸੀਂ ਉਹ ਬਣਾ ਸਕਦੇ ਹੋ। ਜੇ ਨੀਂਹ ਚੰਗੀ ਹੋਊਗੀ ਫੇਰ ਹੀ ਇਮਾਰਤ ਜਿਹੜੀ ਵਧੀਆ ਬਣ ਸਕਦੀ ਹੈ। ਸੋ ਜਿੱਦਾਂ ਤੁਸੀਂ ਹਰਪ੍ਰੀਤ ਜੀ, ਮੈਂ ਤੁਹਾਡੇ ਕੋਲੇ ਆਉਣਾ ਚਾਹਾਂਗਾ, ਜਿਵੇਂ 129 ਸਕੂਲ ਚੱਲ ਰਹੇ ਨੇ, 2 ਯੂਨੀਵਰਸਿਟੀਜ਼ ਬਣ ਰਹੀਆਂ ਨੇ, ਤੇ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ, ਕੈਲਗਰੀ ਦੇ ਵਿੱਚ ਰਹਿੰਦੇ ਹੋ, ਔਰ ਤੁਸੀਂ ਜ਼ਹਿਨੀ ਤੌਰ ਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ ਬੜੂ ਸਾਹਿਬ ਦੇ ਨਾਲ ਜੁੜ ਕੇ? ਜੀ ਵਾਹਿ ਖਾਲਸਾ ਵਾਹਿ ਫਤਿਹ ਜੀ। ਵੀ ਜੀ ਅਗੇਨ ਇਹਦੇ ਲਈ ਤਾਂ ਵਰਡਸ ਆਰ ਨਾਟ ਇਨਫ। ਇਹ ਜਿਹੜੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈਗਾ ਬੜੂ ਸਾਹਿਬ ਨਾਲ ਜੁੜ ਕੇ, ਕਿਉਂਕਿ ਬਾਬਾ ਜੀ ਨੂੰ ਛੋਟੇ ਹੁੰਦੇ, ਇਕਬਾਲ ਸਿੰਘ ਜੀ ਦੀ ਗੱਲ ਕਰ ਰਹੇ ਜੀ, ਛੋਟੇ ਹੁੰਦੇ ਦੇਖਦੇ ਹੋਏ ਇੱਥੇ ਆ ਕੇ ਵੀ ਉਹਨਾਂ ਨੇ ਸਾਨੂੰ ਬਾਂਹ ਫੜ ਕੇ ਇਸ ਚੀਜ਼ ਤੇ ਸੇਵਾ ਦੇ ਵਿੱਚ ਜੋੜਿਆ, ਜਿਹਦੇ ਕਰਕੇ ਵੀ ਆਰ ਫਲਰਿਸ਼ਿੰਗ ਐਂਡ ਐਵਰੀਥਿੰਗ ਇਜ਼ by that grace of all. So ਜਿਹੜੀ ਮੈਚਿਓਰਿਟੀ ਆਉਂਦੀ ਹੈ ਨਾ ਜੀ ਅਬਾਊਟ, ਜਦੋਂ ਤੁਸੀਂ ਐਜ਼ ਅ ਬੱਚੇ ਦੇਖਦੇ ਹੋ ਕਿਸੇ ਚੀਜ਼ ਨੂੰ, ਐਂਡ ਜਿਵੇਂ ਤੁਸੀਂ ਗਰੋ ਕਰਦੇ ਹੋ, ਯੂ ਲਰਨ ਐਂਡ ਯੂ ਫੀਲ ਐਜ਼ ਰੀਅਲ ਐਗਜ਼ਾਮਪਲ ਵੀ ਕਿਸ ਤਰ੍ਹਾਂ ਉਹਨਾਂ ਦੀ ਸੋਚ ਜਿਹੜੀ ਹੈਗੀ ਹੈ ਰੂਰਲ ਐਜੂਕੇਸ਼ਨ ਦੇ ਵਿੱਚ ਆਪਣੀ ਇੱਕ ਉਹੋ ਜਿਹੀ, ਮੈਂ ਇਹਨੂੰ ਇੱਦਾਂ ਐਕਸਪਲੇਨ ਕਰਦਾ ਜੀ ਕਿ ਜਦੋਂ ਅਸੀਂ ਪੜ੍ਹਦੇ ਸੀ 10ਵੀਂ 12ਵੀਂ CBSE ਬੋਰਡ ਵਾਜ਼ ਕਾਈਂਡ ਆਫ ਹਾਈਐਸਟ, ਕਿ ਪੰਜਾਬ ਸਟੇਟ ਬੋਰਡ ਜਾਂ ਹੋਰ ਨੂੰ ਅਵੋਇਡ ਕਰਕੇ ਚਾਹੁੰਦੇ ਸੀ ਪੇਰੈਂਟਸ ਕਿ ਬੱਚੇ CBSE 'ਚ ਪੜ੍ਹ ਜਾਣ। ਬੈਕ ਇਨ 86 ਬਾਬਾ ਜੀ ਦੀ ਇਹ ਸੋਚ ਸੀਗੀ ਜੀ ਕਿ ਪਿੰਡਾਂ ਦੇ ਵਿੱਚ CBSE ਸਕੂਲਸ ਨੂੰ ਆਪਾਂ ਇੰਪਲੀਮੈਂਟ ਕਰੀਏ। ਹੁਣ ਮੈਂ ਗੱਲ ਕਰ ਰਿਹਾ 90s ਦੇ ਵਿੱਚ CBSE ਵਰ ਰੇਅਰ,
ਪਿੰਡਾਂ ਦੇ ਵਿੱਚ ਤਾਂ ਆਫ ਕੋਰਸ ਉਸ ਤੋਂ ਵੀ ਜ਼ਿਆਦਾ ਰੇਅਰ ਸੀਗੇ ਐਂਡ ਟਿਲ ਡੇਟ 129 ਅਕੈਡਮੀਜ਼ ਆਰ ਆਲ CBSE ਬੋਰਡਸ ਟਾਪ ਨੌਚ, ਜਿਹੜੀ ਕਹਿ ਲਓ ਕਿ ਬੱਚਿਆਂ ਨੂੰ ਜਿੱਥੇ ਟਿਊਸ਼ਨ ਦੀ ਲੋੜ ਨਹੀਂ ਪੈਂਦੀ ਵੀ ਜੀ, ਆਪ ਹੀ ਉੱਥੋਂ ਸਕੂਲ ਚੋਂ ਹੀ ਸਾਰਾ ਕੁਝ ਹੋਮਵਰਕ ਫਿਨਿਸ਼ ਕਰਕੇ ਦੇ ਗੋ ਬੈਕ ਹੋਮ। ਸੋ ਤਾਂ ਜੋ ਕਈਆਂ ਦੇ ਘਰ ਦਾ ਮਾਹੌਲ ਉਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਉਹਨਾਂ ਨੂੰ ਟਿਊਸ਼ਨ ਲਈ ਸਪਲੀਮੈਂਟ ਕਰ ਸਕਣ। ਸੋ ਇਨ ਸਮ ਅਪ ਇਹੀ ਹੈ ਜੀ ਕਿ ਜਿਹੜੀ ਇਹ ਸਾਨੂੰ ਇੱਥੇ ਰਹਿ ਕੇ ਜਦੋਂ ਕੋਈ ਕੁਐਸਚਨਸ ਆਉਂਦੇ ਆ, ਜਿਹੜੇ ਪਰਿਵਾਰ ਕਈ ਵਾਰੀ ਇੱਥੇ ਮੈਂ ਮਿਲਦਾ ਹੁੰਦਾ ਜੀ 50 ਸਾਲ ਪਹਿਲਾਂ ਇੰਡੀਆ ਛੱਡ ਆਏ ਸੀਗੇ ਐਂਡ ਨਾਓ ਦੇ ਡੋਂਟ ਗੋ ਦੈਟ ਆਫਨ, ਉਹਨਾਂ ਨੂੰ ਜਦੋਂ ਦੱਸੀਦਾ ਕਿ ਤੁਹਾਡੇ ਪਿੰਡਾਂ ਦੇ ਨੇੜੇ ਆਹ ਅਕੈਡਮੀ ਹੈਗੀ ਹੈ, ਇੱਥੇ ਇਸ ਤਰ੍ਹਾਂ ਬੱਚੇ ਪੜ੍ਹ ਰਹੇ ਆ, ਉਹ ਵੀ ਜੀ ਆਪਣੇ ਆਪ ਹੀ ਆਪਣੇ 2 ਬੱਚੇ ਸਪਾਂਸਰ ਆਪਣੇ ਆਪ ਹੀ ਲੱਭ ਕੇ ਦੱਸ ਦਿੰਦੇ ਆ ਕਿ ਅਸੀਂ ਆਹ 2 ਬੱਚਿਆਂ ਨੂੰ ਸਾਡੇ ਪਿੰਡ 'ਚ ਅਸੀਂ ਉਹਨਾਂ ਨੂੰ ਪੜ੍ਹਾਉਣਾ ਚਾਹੁੰਦੇ ਹਾਂ। ਸੋ ਉਹ ਉਸ ਤੋਂ ਬਾਅਦ ਆਪਣੇ ਆਪ ਹੀ 5 ਬੱਚੇ, ਜਾਂ ਉਹ ਕਹਿੰਦੇ 5000 ਸਾਡੇ ਤੋਂ ਐਵਰੀ ਈਅਰ ਲੈ ਲਿਆ ਕਰੋ। once they see what's happening on ground, ਉਹ ਟਰੈਕਸ਼ਨ ਦੇ ਨਾਲ ਹੀ ਮੈਚਿਓਰਿਟੀ ਆਉਂਦੀ ਹੈ ਜੀ। ਕਈਆਂ ਦੇ ਕੋਈ ਸਵਾਲ ਹੁੰਦੇ ਆ, ਉਹਨਾਂ ਨੂੰ ਅਸੀਂ ਐਡਰੈਸ ਕਰਕੇ ਉਹਨਾਂ ਨੂੰ ਵੀ ਚੈਨਲਾਈਜ਼ ਕਰਕੇ ਦੱਸ ਸਕਦੇ ਹੈਗੇ ਆ ਕਿ ਐਕਚੁਅਲ ਵਿੱਚ ਆਹ ਉਪਰਾਲੇ ਉੱਥੇ ਗਰਾਊਂਡ ਲੈਵਲ ਤੇ ਤਬਦੀਲੀ ਚੇਂਜ ਲੈ ਕੇ ਆ ਰਹੇ ਆ ਰੂਰਲ ਪੰਜਾਬ ਦੇ ਵਿੱਚ। ਜਿਹੜੀਆਂ ਅਚੀਵਮੈਂਟਸ ਲਾਸਟ ਪ੍ਰੋਗਰਾਮ ਵਿੱਚ ਦੇਖੋਗੇ ਲੌਗਇਨ ਕਰਕੇ, ਜਿਹੜੀਆਂ ਅਚੀਵਮੈਂਟਸ ਬੱਚਿਆਂ ਨੇ ਟੌਪ ਆਏ ਹੈਗੇ ਆ ਜੀ ਐਂਟਰੈਂਸ ਐਗਜ਼ਾਮ ਦੇ ਵਿੱਚ, ਉਹ ਵੀ ਜੀ ਰੂਰਲ ਪੰਜਾਬ। ਅਸੀਂ ਸਾਰਿਆਂ ਨੇ ਐਂਟਰੈਂਸ ਐਗਜ਼ਾਮ ਦਿੱਤੇ ਆ, ਆਪਾਂ ਨੂੰ ਪਤਾ ਹੈ ਜੀ ਟੂ ਗੈਟ ਟੂ ਟੌਪ 1000s ਕਿੰਨਾ ਜ਼ੋਰ ਲੱਗਦਾ ਹੈ, ਟੂ ਗੈਟ ਟੂ ਟੌਪ 100 ਰੂਰਲ ਪੰਜਾਬ ਦੇ ਬੱਚੇ ਇਨ ਐਂਟਰੈਂਸ ਐਗਜ਼ਾਮ। ਥੀਜ਼ ਆਰ ਐਕਚੁਅਲ ਅਚੀਵਮੈਂਟਸ ਜਿਹੜੀਆਂ ਬੜੂ ਸਾਹਿਬ ਅਕਾਲ ਅਕੈਡਮੀਜ਼ ਬਾਬਾ ਜੀ ਦੇ ਥੰਮ ਦੇ ਸਹਾਰੇ ਇਹ ਚੀਜ਼ਾਂ ਫਲਰਿਸ਼ ਕਰ ਰਹੀਆਂ ਜੀ। ਸੋ ਫੀਲ ਪ੍ਰਾਊਡ ਟੂ ਬੀ ਪਾਰਟ ਆਫ ਇਟ। ਜੀ ਬਿਲਕੁਲ ਜੀ ਬਿਲਕੁਲ। ਔਰ ਨਾਲ ਦੀ ਨਾਲ ਮੈਂ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਵੀ 1986 ਦੇ ਵਿੱਚ ਜਦੋਂ ਪਹਿਲੀ ਵਾਰ ਕਿਸੇ ਸਕੂਲ ਨੂੰ CBSE ਵੱਲੋਂ ਮਾਨਤਾ ਮਿਲੀ ਸੀ, ਉਹ ਬੜੂ ਸਾਹਿਬ ਦੇ ਸਕੂਲ ਸੀ ਔਰ ਉਹਦੇ ਵਿੱਚ 5 ਬੱਚਿਆਂ ਤੋਂ ਲੈ ਕੇ ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਔਰ ਇਹਨਾਂ 5 ਦੇ ਵਿੱਚ ਰਵੀਦੀਪ ਕੌਰ ਮੁਕਤਾ ਜੀ ਸ਼ਾਮਲ ਸਨ। ਔਰ ਉੱਥੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਕਿੱਦਾਂ ਦਾ ਰਿਹਾ, ਇਹਦੇ ਬਾਰੇ ਗੱਲਬਾਤ ਉਹਨਾਂ ਨਾਲ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ। ਪਰ ਹੁਣ ਗੱਲਬਾਤ ਮੈਂ ਕਰਨੀ ਚਾਹਾਂਗਾ, ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਹਰਪ੍ਰੀਤ ਕੌਰ ਜੀ, ਜਿਹੜੇ ਕਿ ਟੋਰਾਂਟੋ ਤੋਂ ਨੇ ਔਰ ਟੈਲੀ ਕਮਿਊਨੀਕੇਸ਼ਨ ਦੇ ਨਾਲ ਉਹ ਜੁੜੇ ਹੋਏ ਨੇ, ਵਧੀਆ ਇੱਥੇ ਜੌਬ ਕਰ ਰਹੇ ਨੇ। ਔਰ ਹਰਪ੍ਰੀਤ ਕੌਰ ਜੀ, ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹਾਂਗਾ ਵੀ ਇੱਕ ਇਨਸਾਨ ਦੀ ਲਾਈਫ ਦੇ ਵਿੱਚ, ਇੱਕ ਬੱਚੇ ਦੀ ਲਾਈਫ ਦੇ ਵਿੱਚ ਤੁਸੀਂ ਕੀ ਮੰਨਦੇ ਹੋ, ਐਜੂਕੇਸ਼ਨ ਕਿੰਨੀ ਕੁ ਇੰਪੋਰਟੈਂਟ ਹੈ, ਕਿਹੜੀ ਫੀਲਡ ਦੇ ਵਿੱਚ ਕਿਸ ਤਰ੍ਹਾਂ ਉਹਨੇ ਜਾਣਾ ਹੈ, ਇਸ ਦੀ ਗਾਈਡੈਂਸ ਕਿੰਨੀ ਕੁ ਇੰਪੋਰਟੈਂਟ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵੀਰ ਜੀ, ਮੇਰੀ ਲਾਈਫ, ਪਹਿਲੇ ਮੈਂ ਆਪਣੀ ਲਾਈਫ ਤੋਂ ਸ਼ੁਰੂ ਕਰਾਂਗੀ ਕਿਉਂਕਿ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸ ਸਕਦੀ ਹਾਂ ਕਿ ਬਾਕੀਆਂ ਲਈ ਕੀ ਇੰਪੋਰਟੈਂਟ ਹੈ, ਰਾਈਟ। ਮੈਂ ਆਪਣੀ ਲਾਈਫ 'ਚ ਜੋ ਕੁਛ ਵੀ ਹਾਂ, ਦੈਟਸ ਬਿਕੋਜ਼ ਆਫ ਐਜੂਕੇਸ਼ਨ। ਮੈਂ ਆਪਣੀ ਲਾਈਫ 'ਚ ਹੁਣੇ ਟੈਲੀਕਾਮ ਇੰਜੀਨੀਅਰ ਹਾਂ ਐਂਡ ਐਜ਼ ਅ 5G ਟ੍ਰੇਨਰ ਲੇਟੈਸਟ ਟੈਕਨੋਲੋਜੀ ਤੇ ਮੈਂ ਟ੍ਰੇਨਿੰਗ ਦਿੰਦੀ ਰਹੀ ਹਾਂ ਪਿੱਛੇ ਬਹੁਤ ਵੱਡੀ ਕੰਪਨੀਜ਼ ਦੇ EMPLOYEES ਨੂੰ। ਸੋ ਜੋ ਕੁਛ ਵੀ ਮੈਂ ਹਾਸਿਲ ਕੀਤਾ ਆਪਣੀ ਲਾਈਫ ਵਿੱਚ, ਇਟਸ ਬਿਕੋਜ਼ ਆਫ ਐਜੂਕੇਸ਼ਨ। ਨਾਓ ਕਮਸ ਅ ਪੁਆਇੰਟ, what is the importance of education? So education ਉਹ ਵੈਪਨ ਹੈ, ਉਹ ਹਥਿਆਰ ਹੈ, ਉਹ ਵਸੀਲਾ ਹੈ ਜੋ ਆਪ ਨੂੰ ਆਪਣੇ ਪੈਰਾਂ ਤੇ ਖੜਾ ਕਰਦਾ ਹੈ, ਆਪ ਨੂੰ ਸੈਲਫ ਰਿਸਪੈਕਟ ਦਿੰਦਾ ਹੈ। ਆਪ ਦੇ ਕੋਲ ਪ੍ਰੋਪਰਟੀ ਅੱਜ ਹੈ ਨਹੀਂ ਹੈ, ਪੈਸਾ ਰਹੇ ਨਾ ਰਹੇ, ਆਪ ਦੀ ਜੋ ਹਾਸਿਲ ਕੀਤੀ ਹੋਈ ਐਜੂਕੇਸ਼ਨ ਹੈ ਉਹ ਕੋਈ ਖੋ ਨਹੀਂ ਸਕਦਾ। ਸੋ ਯੂ ਕੈਨ always re-establish if you're well educated. First thing. Now upon that, as an icing on the cake, as a very big part of it, Badu Sahib Akal Academies सिर्फ education नहीं दे रही, वो value based education दे रही हैं। That's a very very important thing. ਹੁਣ ਅਗਰ ਆਪ ਐਜੂਕੇਟਿਡ ਹੋ, ਆਪ ਆਪਣੇ ਲਈ, ਆਪਣੇ ਪਰਿਵਾਰ ਲਈ ਤਾਂ ਕਰ ਲੋਗੇ, ਬਟ ਅਗਰ ਆਪਦੇ ਕੋਲ ਵੈਲਿਊਜ਼ ਨੇ ਤੇ you will not only serve yourself, but you will have a heart to serve the society. So ਹੁਣ ਜਦ ਇਸ ਤਰ੍ਹਾਂ ਦੇ ਬੱਚੇ ਬਣਨਗੇ ਜੋ ਸਿਰਫ ਐਜੂਕੇਟਿਡ ਨਹੀਂ ਨੇ, ਜਿਨ੍ਹਾਂ ਨੇ ਸਿਰਫ PhDs ਦੀ ਡਿਗਰੀਜ਼ ਨਹੀਂ ਲਈਆਂ ਹੋਈਆਂ, ਜਿਨ੍ਹਾਂ ਨੇ ਸਿਰਫ ਮਾਸਟਰਸ ਨਹੀਂ ਕੀਤੀ ਹੋਈ, ਸਪੈਸ਼ਲਾਈਜੇਸ਼ਨਸ ਨਹੀਂ ਕੀਤੀਆਂ ਹੋਈਆਂ, ਬਟ they have a heart to serve the society, to work for the welfare of the society, ਤੇ ਬੜਾ ਹੀ ਨੈਚੁਰਲ ਹੈ ਕਿ ਪੂਰੀ ਵਰਲਡ ਵਿੱਚ ਆਪਣੇ ਆਪ ਹੀ ਪੀਸ ਆ ਜਾਏਗਾ, ਆਪਣੇ ਆਪ ਹੀ ਸ਼ਾਂਤੀ ਆ ਜਾਏਗੀ।
ਬਿਲਕੁਲ ਜੀ, ਸਾਨੂੰ ਲੋੜ ਹੈ ਇੱਕ ਸਹੀ ਦਿਸ਼ਾ ਦੇਣ ਦੀ ਔਰ ਇਹ ਦਿਸ਼ਾ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਕਾਲ ਅਕੈਡਮੀ ਬੜੂ ਸਾਹਿਬ। ਔਰ ਇਸੇ ਤਰ੍ਹਾਂ ਸਾਡੀ ਜਿਹੜੀ ਗੱਲਬਾਤ ਹੈ ਉਹ ਸਾਡੇ ਗੈਸਟ ਸਾਡੇ ਨਾਲ ਜੁੜੇ ਹੋਏ ਨੇ। ਅਮਰੀਕਾ ਤੋਂ ਰਵੀਦੀਪ ਕੌਰ ਮੁਕਤਾ ਜੀ ਔਰ ਕੈਲਗਰੀ ਤੋਂ ਹਰਪ੍ਰੀਤ ਸਿੰਘ ਜੀ ਔਰ ਨਾਲ ਦੀ ਨਾਲ ਹਰਪ੍ਰੀਤ ਕੌਰ ਜੀ ਟੋਰਾਂਟੋ ਤੋਂ। ਹੋਰ ਵੀ ਕਈ ਗੱਲਾਂ ਬਾਤਾਂ ਹੋਣਗੀਆਂ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਹੈ ਚੈਨਲ ਪੰਜਾਬੀ ਦੇ ਨਾਲ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਵਲੰਟੀਅਰਸ ਦੇ ਨਾਲ। ਔਰ ਸਾਡੇ ਨਾਲ ਅਮਰੀਕਾ ਤੋਂ ਰਵੀਦੀਪ ਕੌਰ ਮੁਕਤਾ ਜੀ ਜੁੜੇ ਹੋਏ ਨੇ ਔਰ ਸਾਡੇ ਨਾਲ ਹਰਪ੍ਰੀਤ ਸਿੰਘ ਜੀ ਕੈਲਗਰੀ ਤੋਂ ਜੁੜੇ ਹੋਏ ਨੇ ਔਰ ਹਰਪ੍ਰੀਤ ਕੌਰ ਸਾਡੇ ਨਾਲ ਜੁੜੇ ਹੋਏ ਨੇ ਟੋਰਾਂਟੋ ਤੋਂ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਔਰ ਰਵੀਦੀਪ ਜੀ, ਮੈਂ ਇੱਥੇ ਤੁਹਾਡੇ ਤੋਂ ਇਹ ਗੱਲ ਪੁੱਛਣੀ ਚਾਹਾਂਗਾ, ਜਿਵੇਂ ਮੈਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਗੱਲ ਕੀਤੀ ਸੀ, ਤੁਸੀਂ ਉਹਨਾਂ 5 ਸਟੂਡੈਂਟਸ ਦੇ ਵਿੱਚ ਸ਼ਾਮਿਲ ਸੀ ਜਿਨ੍ਹਾਂ ਪੰਜਾਂ ਦੇ ਨਾਲ ਇਹ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸ਼ੁਰੂਆਤ ਹੋਈ ਸੀ। ਔਰ ਬੇਸਿਕਲੀ ਸ਼ੁਰੂਆਤ ਹੋਈ ਸੀ CBSE ਸਟੈਂਡਰਡ ਦੀ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਉੱਥੇ ਜਦੋਂ ਅਸੀਂ ਬੱਚੇ ਪੜ੍ਹਾਉਣੇ ਹੁੰਦੇ ਆ ਤਾਂ ਮਾਪਿਆਂ ਦੀ ਹਮੇਸ਼ਾ ਇਹ ਪ੍ਰੈਫਰੈਂਸ ਹੁੰਦੀ ਆ ਵੀ CBSE ਬੋਰਡ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਦਵਾਈ ਜਾਵੇ। ਕਈ ਸਕੂਲਾਂ ਦੇ ਵਿੱਚ ਬੜੀ ਔਖੀ ਵੀ ਹੈ। ਤੇ ਤੁਸੀਂ ਕੀ ਮੰਨਦੇ ਹੋ ਜਿਹੜੇ ਸਟੈਂਡਰਡ ਦੇ ਨਾਲ ਤੁਸੀਂ ਉਹ ਸ਼ੁਰੂਆਤ ਕੀਤੀ ਸੀ 1986 ਦੇ ਵਿੱਚ, ਤੇ ਅੱਜ ਕਿੱਥੇ ਖੜਾ ਹੈ ਬੜੂ ਸਾਹਿਬ ਔਰ ਕਿਸ ਤਰ੍ਹਾਂ ਤੁਸੀਂ ਇਹ ਸਫ਼ਰ ਨੂੰ ਦੇਖਦੇ ਹੋ? ਵੀਰ ਜੀ, ਮੈਂ ਇਹ ਕਹਿਣਾ ਚਾਹਾਂਗੀ ਕਿ ਜੇ ਅਸੀਂ ਆਪਣੇ ਘਰ ਤੋਂ ਹੀ ਗੱਲ ਕਰੀਏ ਤੇ ਅਸੀਂ ਆਪਣੇ ਬੱਚੇ ਨੂੰ ਕਿਹੋ ਜਿਹੀ ਐਜੂਕੇਸ਼ਨ ਦੇਣਾ ਚਾਹਾਂਗੇ। ਅਸੀਂ ਕਵਾਂਗੇ ਕਿ ਜਿਹੜਾ ਕਿ ਪ੍ਰਾਈਵੇਟ ਸਕੂਲ ਹੋਵੇ, ਹਨਾ, ਤੇ ਟੌਪ ਦਾ ਲਾਈਕ ਉੱਥੇ ਸਟਾਫ ਹੋਵੇ, ਜਿਹਦੀ rating ਜਿਹੜੀ ਹੈ one of the top 10 out of 10 ਹੋਵੇ, right? ਜਦੋਂ ਅਸੀਂ ਬੱਚੇ ਨੂੰ ਐਡਮਿਸ਼ਨ ਦੇਣਾ ਹੁੰਦਾ, ਅਸੀਂ ਘਰ ਹੀ ਉੱਥੇ ਖਰੀਦਦੇ ਹਾਂ ਕਿ ਜਿੱਥੇ ਸਕੂਲ ਅੱਛੇ ਹੋਣ, ਸਕੂਲ ਬੈਸਟ ਹੋਣ, ਤਾਂ ਕਿ ਸਾਡੇ ਬੱਚਿਆਂ ਨੂੰ ਉਹੀਓ ਸਕੂਲ ਪੈਣ ਤੇ ਬੱਚੇ ਦੀ ਪੜ੍ਹਾਈ ਕਰ ਪਾਣ। ਉਹਦੇ ਪਿੱਛੇ ਮੈਂ ਦੇਖਿਆ ਕਿ ਆਪਾਂ ਇੰਨਾ ਸੋਚਦੇ ਹਾਂ ਕਿ ਸਟੇਟ ਤੱਕ ਚੇਂਜ ਕਰਦੇ ਹਾਂ, ਰਾਈਟ? ਸਿਟੀ ਤੱਕ ਚੇਂਜ ਕਰ ਲੈਂਦੇ ਹਾਂ, ਹਨਾ, ਕਿ ਘਰ ਕਿ ਇੱਧਰ ਸਕੂਲ ਚੰਗੇ ਨਹੀਂ ਹੈਗੇ, ਅਸੀਂ ਉੱਥੇ ਜਾ ਕੇ ਘਰ ਵਸਣਾ ਜਿੱਥੇ ਸਾਡੇ ਬੱਚਿਆਂ ਦਾ ਫਿਊਚਰ ਹੋਵੇ, ਹਨਾ। ਤੇ ਅਸੀਂ ਐਜ਼ ਅ ਪੈਰੈਂਟ ਸੋਚਦੇ ਹਾਂ, ਬਟ ਤੁਸੀਂ ਸੋਚ ਦੇਖੋ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲਿਆਂ ਦੀ, ਉਸ ਤੋਂ ਬਾਅਦ ਸੰਤ ਬਾਬਾ ਤੇਜਾ ਸਿੰਘ ਜੀ ਦੀ, ਕਿ ਉਹਨਾਂ ਨੇ, ਉਸ ਤੋਂ ਬਾਅਦ ਬਾਬਾ ਇਕਬਾਲ ਸਿੰਘ ਜੀ, ਡਾਕਟਰ ਖੇਮ ਸਿੰਘ ਗਿੱਲ ਜੀ, ਕਿ ਉਹਨਾਂ ਨੇ ਪਹਿਲਾ ਸਕੂਲ ਹੀ ਵੀਰ ਜੀ ਉਸ ਜ਼ਮਾਨੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਸੀ, ਪੰਜਾਬ ਬੋਰਡ ਨਾਲੋਂ ਜ਼ਿਆਦਾ ਉਹ CBSE ਬੋਰਡ ਪ੍ਰੈਫਰ ਕਰਦੇ ਸੀਗੇ ਉਸ ਜ਼ਮਾਨੇ ਵਿੱਚ ਵੀ, ਕਿਉਂਕਿ ਲੁਧਿਆਣੇ ਦੇ ਵਿੱਚ ਮੇਰੇ ਚਾਚਾ ਜੀ ਦੀ ਬੇਟੀ ਹੁੰਦੇ ਸੀ ਤੇ ਉਹਨਾਂ ਨੇ ਸੈਂਟ ਥਾਮਸ ਸਕੂਲ ਦੇ ਵਿੱਚ ਪੜ੍ਹਾਈ ਕੀਤੀ। ਉਹਨਾਂ ਦਾ ਉੱਧਰ ਆਪਣੇ ਬੱਚਿਆਂ ਨੂੰ ਭੇਜਣ ਦਾ ਮਕਸਦ ਇਹ ਸੀ ਕਿ ਉਹ CBSE ਬੋਰਡ ਪਲੱਸ ਇੰਗਲਿਸ਼ ਮੀਡੀਅਮ ਹੈਗੀ ਹੈ। ਤੇ ਤੁਸੀਂ ਦੇਖੋ ਕਿ 5 ਬੱਚਿਆਂ ਦੇ ਨਾਲ ਜਦੋਂ ਪਹਿਲਾ ਸਕੂਲ ਦਾ ਪੱਥਰ ਰੱਖਿਆ, ਪਹਿਲਾ ਸਕੂਲ ਹੀ ਸ਼ੁਰੂ ਹੋਇਆ, ਉਹ CBSE ਬੋਰਡ ਨਾਲ ਐਫੀਲੀਏਟਡ ਸੀਗਾ, ਹਨਾ। ਤੇ ਉਸ ਤੋਂ ਬਾਅਦ ਆਪਣੇ 129 ਸਕੂਲ, ਤੁਸੀਂ ਸਕੂਲਾਂ ਦੇ ਵਿੱਚ ਵੀ ਚਲੇ ਜਾਓ ਕਦੀ, ਸੈਂਟ ਥਾਮਸ ਸਕੂਲ ਕੀ ਹੈਗੇ ਨੇ, ਸੈਂਟ ਮਾਰਕਸ ਕੀ ਹੈਗੇ ਨੇ, ਜਿੰਨੇ ਵੀ ਕ੍ਰਿਸਚਨ ਸਕੂਲ ਨੇ, ਕੈਂਬਰਿਜ ਸਕੂਲ ਹੈਗੇ ਨੇ, ਹਨਾ। ਤੇ ਆਪਾਂ ਜਿਵੇਂ ਕਹਿੰਦੇ ਆ ਪਟਿਆਲਾ ਤੇ ਜਿਹੜਾ ਐਜੂਕੇਸ਼ਨ ਦਾ ਹੱਬ ਹੈਗਾ, ਵਨ ਆਫ ਦਾ ਟੌਪ ਸਕੂਲਸ ਇਨ ਦ ਪੰਜਾਬ, ਜਿਹੜਾ ਪਟਿਆਲਾ ਦੇ ਵਿੱਚ ਹੈਗੇ, ਰਾਈਟ? ਤੇ ਉਹ ਤੁਸੀਂ ਕੈਨ ਯੂ ਬਿਲੀਵ ਦੈਟ ਕਿ ਪੰਜਾਬ ਦੇ ਪਟਿਆਲੇ ਸ਼ਹਿਰ ਤੋਂ ਰੀਠ ਖੇੜੀ ਅਕੈਡਮੀ ਪਿੰਡ ਦੇ ਵਿੱਚ 250 ਬੱਚਾ ਸ਼ਹਿਰ ਤੋਂ ਪੜ੍ਹਨ ਜਾਂਦਾ ਹੈਗਾ, ਪਿੰਡਾਂ ਦੇ ਸਕੂਲ ਦੇ ਵਿੱਚ ਬੱਸਾਂ ਭੇਜੀਆਂ ਜਾ ਰਹੀਆਂ। ਸ਼ਹਿਰਾਂ ਵਾਲਿਆਂ ਨੂੰ ਵੀ ਅੱਜ ਪਤਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਬਾਬਾ ਜੀ ਨੇ ਸਕੂਲ ਖੋਲੇ ਨੇ, ਵਨ ਆਫ ਦਾ ਟੌਪ ਸਕੂਲ ਨੇ, ਜਿਹੜੇ ਕਿ ਕੁਆਲਿਟੀ ਬੇਸਡ ਕਹਿ ਲਓ ਤੁਸੀਂ, ਸਪਿਰਿਚੁਅਲ ਵਾਈਜ਼ ਕਹਿ ਲਓ ਤੁਸੀਂ, ਮਾਰਕਸ। ਔਰ ਪਿੰਡਾਂ ਦੇ ਬੱਚੇ ਵੀਰ ਜੀ, ਆਪਾਂ ਸੋਚ ਸਕਦੇ ਹਾਂ ਪਿੰਡਾਂ ਵਿੱਚ ਕੋਈ ਟੈਲੈਂਟ ਹੋਏਗਾ, ਉਸ ਤੇ ਆਪਾਂ ਸ਼ਹਿਰੀ ਬੱਚਿਆਂ ਨੂੰ ਹੀ ਜ਼ਿਆਦਾ ਕਰਦੇ। ਪਿੰਡਾਂ ਦੇ ਬੱਚੇ ਵੀਰ ਜੀ 100 ਆਊਟ ਆਫ 100 ਮਾਰਕਸ ਲੈ ਰਹੇ ਨੇ 10th ਤੇ 12th ਦੇ ਵਿੱਚ, ਕਿ ਇੰਨਾ ਬੱਚਿਆਂ ਨੂੰ ਉਹ ਅਪਰਚੁਨਿਟੀ ਮਿਲੀ ਨਹੀਂ ਸੀ। ਪਿੰਡਾਂ ਦੇ ਬੱਚਿਆਂ ਬਾਰੇ ਕਿਸ ਨੇ ਸੋਚਿਆ ਸੀ? ਇਹਨਾਂ ਨੂੰ ਲੋੜ ਹੀ ਕੀ ਹੈਗੀ ਹੈ, ਮਿੱਟੀਆਂ ਕਿਸਾਨਾਂ ਦੇ ਬੱਚੇ ਨੇ, ਧੁਲਾ ਖੇਤੀਬਾੜੀ ਕਰ ਲੈਣਗੇ, ਕਿਸੇ ਨੇ ਸੋਚਿਆ ਹੀ ਨਹੀਂ ਸੀਗਾ। ਹੈ ਤੇ ਉਹ ਬੱਚੇ ਨੇ, ਐਜੂਕੇਸ਼ਨ ਤੇ ਹਰ ਬੱਚੇ ਦਾ ਹੱਕ ਹੈ ਨਾ ਵੀਰ ਜੀ, ਭਾਵੇਂ ਉਹ ਪਿੰਡ ਦਾ, ਭਾਵੇਂ ਸ਼ਹਿਰ ਦਾ, ਭਾਵੇਂ ਗਰੀਬ ਦਾ, ਭਾਵੇਂ ਅਮੀਰ ਮਾਪੇ ਦਾ, ਬਟ ਉਹ ਫਿਕਰ ਜਿਹੜਾ ਵੇ
ਉਹ ਬਾਬਾ ਇਕਬਾਲ ਸਿੰਘ ਜੀ ਨੇ ਹੀ ਕੀਤਾ ਵੇ, ਹੋਰ ਕਿਸੇ ਨੇ ਵੀ ਨਹੀਂ ਕੀਤਾ। ਬਾਬਾ ਜੀ ਨੇ ਪਿੰਡਾਂ ਵਿੱਚ ਸਕੂਲ ਖੋਲ੍ਹਣੇ ਨੇ, ਪਿੰਡਾਂ ਦੇ ਬੱਚਿਆਂ ਨੂੰ ਹੀ opportunity ਮਿਲਣੀ ਚਾਹੀਦੀ ਏ। ਅੱਜ ਦੇਖੋ ਵੀਰ ਜੀ, ਪਿੰਡਾਂ ਦੇ ਬੱਚੇ ਸ਼ਹਿਰੀ ਬੱਚਿਆਂ ਦੇ ਨਾਲ compete ਕਰ ਰਹੇ ਨੇ, ਤੇ ਜਦੋਂ results ਆਉਂਦੇ ਨੇ, ਫਿਰ ਪੂਰੇ ਮੀਡੀਆ ਵਿੱਚ ਆਉਂਦਾ ਹੈ ਕਿ ਬੜੂ ਸਾਹਿਬ ਦਾ ਕਲਗੀਧਰ ਟਰੱਸਟ ਤੇ ਅਕਾਲ ਅਕੈਡਮੀਜ਼ ਦੇ ਮੈਡੀਕਲ ਸਟਰੀਮ ਦੇ ਵਿੱਚ ਜਿਹੜਾ ਹੈ ਕਿ ਟੌਪ ਸਾਡੇ ਬੱਚੇ ਸੀਟਾਂ ਲੈ ਗਏ, ਉਹਦੇ ਵਿੱਚ ਸਾਡੇ ਬੱਚੇ ਸੀਟਾਂ ਲੈ ਗਏ, ਹਨਾ। ਫਿਰ ਸ਼ਹਿਰਾਂ ਦੇ ਜਿਹੜੇ ਪੈਰੈਂਟਸ ਨੇ, ਅੱਜ ਉਹ ਮੋਟੀਵੇਟ, ਉਹ ਆਪਣੇ ਬੱਚੇ ਕਹਿੰਦੇ ਨੇ ਅਕਾਲ ਅਕੈਡਮੀ ਵਿੱਚ ਪਾਉਣਾ, no matter what ਭੇਜਾਂਗੇ ਅਸੀਂ, ਬਟ ਅਸੀਂ ਬੜੂ ਸਾਹਿਬ ਦੀ ਅਕੈਡਮੀ ਵਿੱਚ ਹੀ ਬੱਚਾ ਭੇਜਣਾ ਹੈਗਾ ਵੇ। ਤੇ ਉਹ 20-20, 30-30 ਕਿਲੋਮੀਟਰ ਬੱਚਿਆਂ ਨੂੰ ਸਵੇਰੇ ਬੱਸ ਵਿੱਚ ਬਿਠਾ ਦਿੰਦੇ ਨੇ, ਬਟ ਸਾਡਾ ਬੱਚਾ ਉੱਥੋਂ ਪੜ੍ਹਨਾ ਚਾਹੀਦਾ। ਉਹਨਾਂ ਨੂੰ ਇੱਕ ਚੀਜ਼ ਇਹ ਵੀ ਪਤਾ ਹੈ, ਕੋਈ ਵੀ ਇੰਡੀਆ ਦਾ ਸਕੂਲ ਕੀ ਵਰਲਡ ਦਾ ਸਕੂਲ ਸਿਰਫ ਦੁਨਿਆਵੀ ਪੜ੍ਹਾਈ ਦੇ ਰਿਹਾ ਹੈ, ਪੂਰੇ ਵਰਲਡ ਦੀ ਮੈਂ ਗੱਲ ਕਰ ਰਹੀ ਹਾਂ। ਸਿਰਫ ਕਲਗੀਧਰ ਟਰੱਸਟ ਜਿਹੜਾ ਸਿਰਫ ਦੁਨਿਆਵੀ ਪੜ੍ਹਾਈ ਨਹੀਂ ਦੇ ਰਿਹਾ, ਨਾਲ ਸਪਿਰਚੁਅਲ ਪੜ੍ਹਾਈ ਦੇ ਰਿਹਾ। ਈਵਨ ਕਿ ਉਹ ਪੜ੍ਹਾਈ ਘਰ ਦੇ ਵਿੱਚ ਪੈਰੈਂਟਸ ਵੀ ਨਹੀਂ ਦੇ ਪਾਉਂਦੇ, ਉਹਨਾਂ ਕੋਲ ਟਾਈਮ ਨਹੀਂ ਹੈ। ਬੱਚੇ ਜਿਹੜੇ ਨੇ ਨਿਤਨੇਮ ਕਰਦੇ ਨੇ, ਬੱਚੇ ਗੁਰਮਤ ਸਿੱਖਦੇ ਨੇ, ਬੱਚੇ ਕੀਰਤਨ, ਤਬਲਾ, ਤਾਂਤੀ ਸਾਜ਼, ਤੇ ਬੱਚੇ 8ਵੀਂ 8th ਗ੍ਰੇਡ ਦੇ ਬੱਚੇ ਜਦੋਂ ਭੈਣ ਜੀ ਹੋ ਜਾਂਦੇ ਨੇ। ਉੱਥੇ ਥੋੜਾ ਜਿਹਾ ਨਾ ਇਸ ਚੀਜ਼ ਨੂੰ ਵੀ ਐਲੈਬੋਰੇਟ ਕਰਿਓ ਵੀ ਉੱਥੇ ਜਿਹੜੀ ਰੈਗੂਲਰ ਪੜ੍ਹਾਈ ਤਾਂ ਹੋਣੀ ਆ, ਜੋ ਜਿਹੜੇ ਵੀ ਸਬਜੈਕਟਸ ਬੱਚੇ ਨੇ ਚੂਜ਼ ਕੀਤੇ ਨੇ, ਜਾਂ ਜਿਹੜੀ ਰੈਗੂਲਰ ਸਬਜੈਕਟਸ ਹੋਣੇ, ਨਾਲ ਦੀ ਨਾਲ ਐਕਸਟਰਾ ਕੀ ਮਿਲਦਾ ਜਿਹੜੇ ਕਿ ਆਮ ਸਕੂਲਾਂ ਵਿੱਚ ਨਹੀਂ ਹੁੰਦਾ, ਸਿਰਫ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਕੂਲਾਂ ਦੇ ਵਿੱਚ ਮਿਲਦਾ ਹੈ? ਦੇਖੋ ਵੀਰ ਜੀ, ਕਲਗੀਧਰ ਟਰੱਸਟ ਦੇ ਸਕੂਲਾਂ ਸਪੋਰਟਸ ਹੈਗੀ ਹੈ, ਹਨਾ, ਪੜ੍ਹਾਈ ਆਪਣਾ ਹੈਗੀ ਏ, ਕਿ ਪੜ੍ਹਾਈ ਤੇ ਦੁਨਿਆਵੀ ਜਿਵੇਂ ਮੈਥ ਸਾਇੰਸ, ਉਹ ਤੇ ਚਲੋ ਆਪਾਂ ਸਾਰੇ ਹੀ ਆਪਣੇ ਬੱਚਿਆਂ ਨੂੰ ਪਕੜਾ ਹੀ ਲਾਂਗੇ। ਸਭ ਤੋਂ ਇੰਪੋਰਟੈਂਟ ਹੈਗੀ ਏ ਕਿ ਸਪਿਰਚੁਅਲ ਐਜੂਕੇਸ਼ਨ। ਕਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਟਾਈਮ ਸਪੈਂਡ ਕੀਤਾ ਜਾਵੇ, ਹਾਰਮੋਨੀਅਮ ਵੀ ਆ ਜੇ, ਇਹਨਾਂ ਨੂੰ ਤਾਊਜ ਵੀ ਆ ਜੇ, ਇਹਨਾਂ ਨੂੰ ਤਾਂਤੀ ਸਾਜ਼ ਵੀ ਆ ਜਾਣ, ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਕਰ ਸਕਣ, ਨਿਤਨੇਮ ਵੀ ਕਰ ਸਕਣ। ਮੈਂ ਵੀ ਇੱਕ ਗੱਲ ਕਵਾਂਗੀ, ਅਗਰ ਕੋਈ ਪਿਤਾ ਹੋਵੇ ਨਾ ਵੀਰ ਜੀ, ਉਹ ਅਗਰ ਨਸ਼ਾ ਕਰ ਰਿਹਾ ਨਾ, ਉਹ ਸ਼ਰਾਬ ਪੀ ਰਿਹਾ, ਬਟ ਅੰਦਰੋਂ ਕਦੀ ਨਹੀਂ ਚਾਹੇਗਾ ਕਿ ਮੇਰਾ ਬੱਚਾ ਸ਼ਰਾਬ ਦੇ ਨੇੜੇ ਵੀ ਜਾਏ। ਤੇ ਇਹੋ ਜਿਹੀ ਪਰਵਰਿਸ਼ ਸਾਡੇ ਸਾਰੇ ਸਕੂਲ ਜਿਹੜੇ ਨੇ, ਉਹ ਜਿਹੜਾ ਹੈ ਕਿ ਡਰੱਗ ਫ੍ਰੀ ਹੈਗੇ ਨੇ, ਇਹ ਸਭ ਤੋਂ ਇੰਪੋਰਟੈਂਟ ਹੈ। ਨਹੀਂ ਤੇ ਸਕੂਲਾਂ ਦੇ ਬਾਹਰ ਵੀਰ ਜੀ 10ਵੀਂ ਦੇ ਬੱਚੇ 12ਵੀਂ ਦੇ ਥੋੜਾ ਬਹੁਤਾ ਇਸ ਪਾਸੇ ਟੁਰ ਪੈਂਦੇ ਨੇ, ਅਲਕੋਹਲ ਪਾਸੇ ਟੁਰ ਪੈਂਦੇ ਨੇ, ਵਾਲ ਕਟਾ ਲੈਂਦੇ ਨੇ। ਸੋ ਕਿੰਨੀਆਂ ਚੀਜ਼ਾਂ ਸਿਖਾਉਣ। ਆਪ ਜੀ ਨੇ ਕਿਹਾ ਵਿਰਸਾ ਕਿੰਝ ਸੰਭਲਦਾ, ਸਟਾਰਟਿੰਗ ਵਿੱਚ ਆਪ ਜੀ ਨੇ ਇਹ ਕਿਹਾ ਸਾਡਾ ਵਿਰਸਾ ਕਿੰਝ ਸਾਂਭਿਆ ਜਾਏਗਾ, ਬੋਲੀ ਕਿੰਝ ਸਾਂਭੀ ਜਾਏਗੀ। ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਵੀਰ ਜੀ, ਉਹਦੀ ਬੋਲੀ ਪੜ੍ਹ ਦੋ, ਹਨਾ, ਸ਼ਰਾਬਾਂ ਨਸ਼ੇ ਪਾ ਦੋ ਤੇ ਕੌਮ ਵੈਸੇ ਹੀ ਖਤਮ। ਤੇ ਬਾਬਾ ਜੀ ਨੇ ਪਾਈਆਂ ਹੋਈਆਂ ਸ਼ਰਾਬਾਂ ਨਸ਼ੇ ਪੰਜਾਬ ਦੇ ਵਿੱਚੋਂ ਉਹ ਕੱਢ ਕੇ ਇਹਨਾਂ ਬੱਚਿਆਂ ਨੂੰ ਗੁਰੂ ਨਾਲ ਜੋੜਿਆ ਹੈਗਾ। ਜਦੋਂ ਫਿਰ ਗੁਰੂ ਨਾਲ ਜੁੜੇ ਹੋਏ ਨੇ, ਨਾਮ ਬਾਣੀ ਜਪਦੇ ਨੇ, ਐਜੂਕੇਸ਼ਨ ਦੇ ਵਿੱਚ ਵੀ ਉਹੀਓ ਬੱਚੇ ਟੌਪ ਦੇ ਉੱਤੇ। ਬਿਲਕੁਲ ਔਰ ਹਰਪ੍ਰੀਤ ਜੀ, ਮੈਨੂੰ ਤੁਸੀਂ ਦੱਸਿਓ ਵੀ ਤੁਸੀਂ ਹੁਣ ਕੈਨੇਡਾ ਦੇ ਵਿੱਚ ਲੋਕਾਂ ਦੇ ਨਾਲ ਮੇਨਲੀ ਡੀਲ ਕਰਦੇ ਹੋ, ਕਿਸੇ ਨੇ ਵੀ ਡੋਨੇਟ ਕਰਨਾ ਹੋਵੇ ਉਹ ਤੁਹਾਡੇ ਨਾਲ ਸੰਪਰਕ ਕਰਦੇ ਨੇ, ਕਾਲ ਵੀ ਤੁਹਾਨੂੰ ਆਉਂਦੀ ਹੈ, ਜੇ ਮੈਸੇਜ ਕੋਈ ਆਉਂਦਾ ਉਸ ਤੋਂ ਬਾਅਦ ਉਹ ਵੀ ਤੁਸੀਂ ਉਹਨਾਂ ਦੇ ਨਾਲ ਡੀਲ ਕਰਦੇ ਹੋ? ਕਿਉਂਕਿ ਪੰਜਾਬੀ ਦੇ ਵਿੱਚ ਕਹਾਵਤ ਹੈ ਵੀ ਜਿੱਥੇ ਫੁੱਲ ਹੁੰਦੇ ਨਾਲ ਕੰਡੇ ਵੀ ਜ਼ਰੂਰ ਹੁੰਦੇ ਨੇ। ਕਈਆਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਨੈਗੇਟਿਵ ਵਿਚਾਰ ਆ ਜਾਂਦਾ ਹੈ, ਤਾਂ ਫਿਰ ਤੁਸੀਂ ਉਹਦੇ ਥਾਟ ਨੂੰ ਚੇਂਜ ਕਰਨ ਦੇ ਲਈ ਕਿਸ ਤਰ੍ਹਾਂ ਐਕਸਪਲੇਨ ਕਰਦੇ ਹੋ ਉਹਨੂੰ? ਉਹ ਜੇ ਕੋਈ ਕਿਉਂਕਿ ਇੱਥੋਂ ਦੇ ਲੋਕ ਆ ਜਿਹੜੇ ਐਜ਼ ਕੰਪੇਅਰ ਟੂ ਹੋਰ ਕੰਟਰੀਆਂ ਦੇ, ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਲੋਕ ਜਿਹੜੇ ਸਵਾਲ ਜ਼ਿਆਦਾ ਕਰਦੇ ਨੇ, ਉਹ ਜ਼ਿਆਦਾ ਕੁਝ ਜਾਣਨਾ ਚਾਹੁੰਦੇ ਨੇ, ਉਹਨਾਂ ਨੂੰ ਇੱਕ ਚੀਜ਼ ਨੈਗੇਟਿਵ ਲੱਗਦੀ ਆ, ਉਹਨੂੰ ਜ਼ਿਆਦਾ ਉਹ ਐਲੈਬੋਰੇਟ ਕਰਦੇ ਨੇ। ਜੇ ਉਸ ਦੇ ਨਾਲ 10 ਚੀਜ਼ਾਂ ਪੋਜ਼ਿਟਿਵ ਪਈਆਂ, ਉਧਰ ਧਿਆਨ ਘੱਟ ਜਾਂਦਾ ਹੈ, ਪਹਿਲਾਂ ਉਸ ਚੀਜ਼ ਦਾ ਸਵਾਲ ਦਾ ਜਵਾਬ ਚਾਹੁੰਦੇ, ਫਿਰ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਐਕਸਪਲੇਨ ਕਰਦੇ ਹੋ? ਬਿਲਕੁਲ ਵੀਰ ਜੀ, ਪਹਿਲੇ ਤਾਂ ਇਹ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਨਾ ਜੀ, ਇਹਦੇ 'ਚ ਜਿਹੜੀ ਪਰਸੈਂਟੇਜ ਹੈਗੀ ਆ ਜਿਨ੍ਹਾਂ ਨੇ ਡੋਨੇਟ ਕਰਨਾ ਹੈਗਾ ਜਾਂ ਜਿਹੜੇ ਕਰ ਰਹੇ ਹੈਗੇ ਆ, ਉਹਨਾਂ ਦੇ ਸ਼ੰਕੇ ਨਾ ਬਰਾਬਰ ਹੈ ਜੀ। ਜੇ ਹੋਣਗੇ, ਕੁਐਰੀ ਇਹੋ ਜਿਹੀ ਹੁੰਦੀ ਹੈ ਕਿ ਸਾਡੇ ਪਿੰਡ ਦੇ ਨੇੜੇ ਅਕੈਡਮੀ ਕਿਹੜੀ ਹੈ ਜੀ, ਜਿਹੜੇ ਕਿ ਸ਼ਾਇਦ ਉਹਨਾਂ ਨੂੰ ਵੈਬਸਾਈਟ ਤੋਂ ਨਹੀਂ ਇਨਫੋਰਮੇਸ਼ਨ ਮਿਲਦੀ, ਇਨ ਪਰਸਨ ਦੇਣੀ ਪੈ ਸਕਦੀ ਹੈ। ਜਾਂ ਅਸੀਂ ਵਾਲ ਕੱਟਿਆਂ ਵਾਲੇ ਬੱਚੇ ਜਿਹੜੇ ਸਾਡੇ ਪਿੰਡ 'ਚ ਕੋਈ ਹੈਗੇ ਐ, ਜਿਹੜੇ ਉਹਨਾਂ ਦੇ ਘਰ ਕੰਮ ਕਰਦੇ ਰਹੇ ਇਨ ਪਾਸਟ, ਉਹੋ ਜਿਹੇ ਬੱਚਿਆਂ ਨੂੰ ਸਪੋਰਟ ਕਰਦੇ ਹੋ, ਅਤੇ ਫਿਰ ਕੀ ਸਾਨੂੰ ਅੰਮ੍ਰਿਤ ਛਕਣਾ ਪੈਣਾ ਹੈਗਾ ਜਾਂ ਮੈਂਡੇਟਰੀ ਕਿਹੜੀਆਂ ਚੀਜ਼ਾਂ, ਇਹੋ ਜਿਹੇ ਕੁਐਸਚਨਸ ਉਹਨਾਂ ਦੇ ਹੁੰਦੇ ਆ ਜੀ। ਇਨ ਅਬਾਊਟ ਕੰਡਕਟ ਜਾਂ ਬੜੂ ਸਾਹਿਬ ਕਿਹੋ ਜਿਹੀ ਚੀਜ਼ ਡਿਲੀਵਰ ਕਰਦਾ, ਉਹਨਾਂ ਨੂੰ ਉਹਦੇ ਬਾਰੇ ਸ਼ੰਕਾ ਹੈ ਹੀ ਨਹੀਂ ਜੀ। ਜਿਹੜੀਆਂ ਸ਼ੰਕਾਵਾਂ ਆਉਂਦੀਆਂ ਨਾ ਜੀ, ਉਹ ਕੁਛ ਤਾਂ ਅਸੀਂ ਸੋਸ਼ਲ ਗੈਦਰਿੰਗਸ ਤੋਂ ਵਿਦਆਊਟ ਐਨੀ ਜਸਟੀਫਾਈਡ
ਥੋਟ ਜਾਂ ਡਿਊ ਡੈਲੀਜੈਂਸ ਤੋਂ ਬਿਨਾਂ ਅਸੀਂ ਜਿਹੜੀ ਇਨਫੋਰਮੇਸ਼ਨ ਇਕੱਠੀ ਕਰ ਲੈਂਦੇ ਆ ਉਹਦੇ ਵਿੱਚ ਉਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਪਣਾ ਇੱਕ ਓਪੀਨੀਅਨ ਬਣਾ ਲੈਂਦੇ ਆ ਵਿਚ ਇਜ਼ ਬਾਇਸਡ ਔਨ ਸਮਬਡੀਜ਼ ਐਲਸ ਵਰਡਿਕਟਸ ਕਹਿ ਲਓ ਜੀ, ਜਾਂ ਉਹਨਾਂ ਦੇ ਜੋ ਉਹਨਾਂ ਨੇ ਆਪਦੀ ਜ਼ਿੰਦਗੀ 'ਚੋਂ ਕੱਢੀਆਂ ਹੋਈਆਂ ਤੱਤ ਉਸ ਦੇ ਬੇਸ 'ਤੇ ਉਹ ਆਪਣੇ ਵੀ ਓਪੀਨੀਅਨ ਬਣਾ ਲੈਂਦੇ ਆ। ਸੋ ਕਹਿਣ ਦਾ ਮਤਲਬ ਇਹ ਹੈ ਜੀ ਕਿ ਵੀ ਆਲ ਇਨ ਆਰ ਲਾਈਫ ਲਰਨ ਸਟੈਪ ਬਾਏ ਸਟੈਪ। ਜੇ ਕੋਈ ਉਹੋ ਜਿਹੇ ਸੰਗੀਤ ਸਾਡੇ ਤੋਂ ਪੁੱਛਦੇ ਹੈਗੇ ਆ ਕੋਈ ਕੁਐਸਚਨ ਬੜੂ ਸਾਹਿਬ ਦਾ, ਉਹਦੇ ਆਨਸਰਸ ਜਦੋਂ ਉਹਨਾਂ ਨੂੰ ਵਿਦ ਫੈਕਟਸ ਦਿਖਾਏ ਜਾਂਦੇ ਆ, ਇਨਫੈਕਟ ਫੈਕਟ ਤੋਂ ਬਿਨਾਂ ਤਾਂ ਕੋਈ ਗੱਲ ਕਰਨ ਦਾ ਮਤਲਬ ਹੀ ਨਹੀਂ ਬਣਦਾ ਜੀ। ਉਹਨਾਂ ਦੇ ਟਰਨਿੰਗ ਪੁਆਇੰਟ ਇਜ਼ ਨੋ, ਇਟ ਡਜ਼ਨਟ ਟੇਕ ਮੋਰ ਦੈਨ 2 minutes that I've felt ਕਿ ਉਹਨਾਂ ਦੇ ਆਨਸਰਸ ਆਰ ਦੇਅਰ ਸੈਟਿਸਫਾਈਡ। ਵੱਧ ਤੋਂ ਵੱਧ ਜੇ ਕਿਤੇ ਕੁਛ ਹੁੰਦਾ ਹੈ, there's ਅੱਜ ਕੱਲ੍ਹ ਅਗੇਨ every social media channel or other guys are having challenge with the copy paste of certain videos ਤੇ ਉਹ ਆਪਾਂ ਪ੍ਰੋਜੈਕਟ ਕਰ ਦਿੰਦੇ ਵੀ ਐਕਚੁਅਲੀ ਇਹ ਸੱਚੀ ਇਹੋ ਜਿਹਾ ਕੁਛ ਹੋ ਰਿਹਾ ਹੈਗਾ। ਐਂਡ ਉਹ ਜਦੋਂ ਉਹਨਾਂ ਨੂੰ ਰਿਐਲਿਟੀ ਸਾਰੀ ਕਵਰ ਅਪ ਸਟੋਰੀ ਦੱਸੀ ਜਾਂਦੀ ਹੈ, ਵਿਦ ਫੈਕਟ ਦੱਸੀ ਵਿਜ਼ੂਅਲ ਦੱਸੀ ਜਾਂਦੀ ਹੈ, ਦੇ ਹੈਵ ਨੋ ਮੋਰ ਕੁਐਸਚਨ ਲੈਫਟ। ਸੋ ਉਹੀ ਹੈ ਕਿ ਇਨਫਲੈਕਸ ਆਫ ਉਹੋ ਜਿਹੇ ਕੁਐਸਚਨਸ ਬਹੁਤ ਹੈਗੇ ਆ ਜੀ, ਬਟ ਘਟ ਗਏ ਹੈ। ਇਟਸ ਮੇਨਲੀ ਪ੍ਰੋਪੋਗੇਟਡ ਬਾਏ ਜਿਵੇਂ ਆਪਾਂ ਜੋ ਵਿਜ਼ੂਅਲੀ ਔਰ ਇੱਦਾਂ ਦੇਖਦੇ ਹੈਗੇ ਆ, ਜਾਂ ਪਾਸ ਕੋਈ ਆਪਾਂ ਨੂੰ ਇੱਕ ਵੀਡੀਓ ਤੋਂ ਦੂਜਾ ਵੀਡੀਓ ਕਰ ਦਿੰਦਾ ਕਿ ਉੱਥੇ ਵਾਲ ਕਟਾਏ ਜਾਂਦੇ ਆ ਜੀ। ਇਨਫੈਕਟ ਸਾਰਾ ਮੁੱਢ ਹੀ ਇਸੇ ਚੀਜ਼ 'ਤੇ ਹੈਗਾ ਕਿ ਜਿਹੜੇ ਹਿੰਦੂ ਪਰਿਵਾਰ ਤੋਂ ਹੈਗੇ ਆ ਉਹ ਆਪਣਾ ਉਸ ਤਰ੍ਹਾਂ ਰਹਿਣ, ਬਾਣੇ 'ਚ ਰਹਿਣ, ਜਾਂ ਉਹਨੂੰ ਕੋਈ ਫੋਰਸੇਬਲੀ ਕਿਸੇ ਨੂੰ ਅੰਮ੍ਰਿਤ ਨਹੀਂ ਛਕਾ ਰਿਹਾ ਜਾਂ ਵਾਲ ਨਹੀਂ ਰਖਾ ਰਿਹਾ, ਬਟ ਕੋਈ ਉੱਥੇ ਸੋਚ ਹੀ ਨਹੀਂ ਸਕਦਾ ਕਿ ਕੋਈ ਫੋਰਸੇਬਲੀ ਕਿਸੇ ਦੇ ਵਾਲ ਕੱਟੇਗਾ। ਸੋ ਤੁਹਾਡਾ ਪ੍ਰੋਸਪੈਕਟਿਵ ਇਹੀ ਹੈ ਜੀ ਕਿ ਇਹੋ ਜਿਹੇ ਕੁਐਸਚਨ ਨੂੰ ਆਨਸਰ ਜੇ ਤੁਸੀਂ ਤਰੀਕੇ ਨਾਲ ਚੰਗੀ ਤਰ੍ਹਾਂ ਐਕਸਪਲੇਨ ਕਰ ਦਿੰਦੇ ਹੋ ਵਿਦ ਫੈਕਟਸ, ਇਟ ਬੋਇਲਸ ਡਾਊਨ ਟੂ ਜ਼ੀਰੋ। ਸੋ ਇਹ ਹੈਂਡਲ ਕਰਨੇ ਚਾਹੀਦੇ ਆ ਵੀਰ ਜੀ, ਕਿਉਂਕਿ ਜੇ ਅਸੀਂ ਨਹੀਂ ਦੱਸਾਂਗੇ ਤੇ ਉਹ ਸ਼ੰਕੇ ਵੱਧਦੇ ਰਹਿੰਦੇ ਆ। ਸੋ ਮੈਂ ਹੁਣ ਵੀ ਸਾਰਿਆਂ ਨੂੰ ਕਹੂੰਗਾ, ਜੇ ਕੋਈ ਵੀ ਆਪ ਜੀ ਦੇ ਮਨ 'ਚ ਇਹੋ ਜਿਹਾ ਕੁਐਸਚਨ ਹੈ ਜਾਂ ਥੋਟ ਵੀ ਹੈਗਾ, ਈਵਨ ਕਈ ਵਾਰੀ ਆਪਾਂ ਥੋਟ ਹੁੰਦਾ ਆਪਾਂ ਝਿਜਕਦੇ ਕਾਲ ਹੀ ਨਹੀਂ ਕਰਦੇ ਜੀ, ਫੀਲ ਫਰੀ, ਤੁਸੀਂ ਖੁੱਲ੍ਹ ਕੇ ਇੱਥੇ ਆ ਨੰਬਰ ਆ ਰਹੇ ਜਿਹੜੇ ਕਾਲ ਕਰੋ ਜੀ, and we'll be able to give you at least right direction ki aa asliat hai, then anybody can make their mind based on that। ਬਿਲਕੁਲ ਜੀ, ਬਿਲਕੁਲ ਇਹੀ ਮੈਂ ਕਹਿਣੀ ਚਾਹੁੰਦਾ ਸੀਗਾ ਗੱਲ ਕਿ ਅਸੀਂ ਨਾ ਤਰਕ ਦੇ ਨਾਲ ਗੱਲ ਕਰੀਏ। ਕੋਈ ਸਾਡੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਤਾਂ ਅਸੀਂ ਸਵਾਲ ਉਹਨਾਂ ਨੂੰ ਕਰੀਏ ਜਿਹੜੇ ਰਾਈਟ ਪਰਸਨ ਹੈ, ਨਾ ਕਿ ਆਪਣੀ ਜਜਮੈਂਟ ਦੇਣ ਲੱਗ ਜਾਈਏ। ਨੰਬਰ ਹਰਪ੍ਰੀਤ ਜੀ ਦਾ ਸਕਰੀਨ ਤੇ ਆ ਰਿਹਾ, ਤੁਸੀਂ ਇਹਨਾਂ ਨੂੰ ਕੋਈ ਤੁਹਾਡਾ ਕੋਈ ਕੁਐਸਚਨ ਹੋਵੇ ਬੜੂ ਸਾਹਿਬ ਅਕੈਡਮੀ ਨਾਲ ਰਿਲੇਟਡ, ਕੋਈ ਗੱਲ ਪੁੱਛਣੀ ਹੋਵੇ, ਜਾਂ ਤੁਹਾਡੇ ਪਿੰਡਾਂ ਦੇ ਨੇੜੇ ਕਿਹੜਾ ਸਕੂਲ ਹੈ, ਕਿਉਂਕਿ ਅਸੀਂ ਸੁਣੀ ਸੁਣਾਈ ਗੱਲਾਂ ਤੇ ਵਿਸ਼ਵਾਸ ਜ਼ਿਆਦਾ ਕਰ ਲੈਂਦੇ, ਸਾਨੂੰ ਲੋੜ ਹੈ ਸਹੀ ਡਾਇਰੈਕਸ਼ਨ ਦੇ ਵਿੱਚ ਕੁਐਸਚਨ ਨੂੰ ਪੁੱਟ ਕਰਨ ਦੀ। ਸੋ ਹਰਪ੍ਰੀਤ ਸਿੰਘ ਜੀ ਬਿਲਕੁਲ ਸਹੀ ਪਰਸਨ ਨੇ ਕੈਨੇਡਾ ਦੇ ਵਿੱਚ, ਜੇ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ। ਸੋ ਹਰਪ੍ਰੀਤ ਕੌਰ ਜੀ, ਮੈਂ ਤੁਹਾਡੇ ਨਾਲ ਹੁਣ ਇੱਕ ਗੱਲ ਕਰਨੀ ਚਾਹਾਂਗਾ ਬ੍ਰੇਕ ਤੇ ਜਾਣ ਤੋਂ ਪਹਿਲਾਂ। ਹਰਪ੍ਰੀਤ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹਾਂਗਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਵੀ ਸਾਡੇ ਯੂਥ ਨੂੰ ਕਿੰਨੀ ਕੁ ਲੋੜ ਆ ਇਸ ਤਰ੍ਹਾਂ ਆਰਗੇਨਾਈਜੇਸ਼ਨਸ ਦੇ ਨਾਲ ਜੁੜਨ ਦੀ, ਬੜੂ ਸਾਹਿਬ ਦੇ ਨਾਲ ਜੁੜਨ ਦੀ, ਤਾਂ ਕਿ ਸਾਡੇ ਆਉਣ ਵਾਲੇ ਬੱਚਿਆਂ ਦਾ ਫਿਊਚਰ ਅਸੀਂ ਸਿਕਿਉਰ ਕਰ ਸਕੀਏ ਪੰਜਾਬ ਦੇ ਵਿੱਚ। कुछ आप पास्ट देख लो, कोई भी रेवोल्यूशन देख लो, कोई भी वड्डा सिस्टम देख लो, जद तक यूथ नाल नहीं जुड़दा ਤਾਂ ਤੱਕ ਚੀਜ਼ ਸਕਸੈਸਫੁਲ ਨਹੀਂ ਹੁੰਦੀ। ਵੱਡਿਆਂ ਕੋਲ, ਬਜ਼ੁਰਗਾਂ ਕੋਲ ਸਮਝ ਹੁੰਦੀ ਹੈ, ਡਾਇਰੈਕਸ਼ਨ ਹੁੰਦੀ ਹੈ, ਯੂਥ ਕੋਲ એનર્ਜੀ ਹੁੰਦੀ ਹੈ। ਜੋਸ਼ ਔਰ ਹੋਸ਼ ਜਦ ਕੰਬਾਈਨ ਹੋ ਜਾਂਦੇ ਨੇ, then only success comes, right? So youth ਜ਼ਿਆਦਾ ਤੋਂ ਜ਼ਿਆਦਾ ਜੁੜੇ, ਇਸ ਕਲਗੀਧਰ ਸੁਸਾਇਟੀ ਐਂਡ ਅਕਾਲ ਅਕੈਡਮੀਜ਼ ਦੇ ਬਾਰੇ ਅਵੇਅਰਨੈਸ ਸਪਰੈਡ ਕਰੇ। ਜੋ ਲੋਕਾਂ ਦੇ ਅੰਦਰ ਥੋੜੇ ਬਹੁਤ ਡਾਊਟਸ ਨੇ, ਜਿਸ ਤਰ੍ਹਾਂ ਹੁਣੇ ਹਰਪ੍ਰੀਤ ਵੀਰ ਜੀ ਨੇ ਕਿਹਾ, ਉਹਨਾਂ ਨੂੰ ਸੋਲਵ ਕਰਨ 'ਚ ਹੈਲਪ ਕਰੇ, ਆਪਣਾ ਦਸਵੰਤ ਕੱਢੇ, ਇਸ ਡਾਇਰੈਕਸ਼ਨ 'ਚ ਪਾਏ। I mean, there are various ways how a youth can join, and there are various I mean, this will be really really good ਕਿ ਅਗਰ ਉਹ ਜੁੜਦਾ ਨਾਲ ਤੇ ਮੁਹਿੰਮ ਨੂੰ ਇੱਕ ਸਟਰੈਂਥ ਮਿਲ ਜਾਏਗੀ। ਹਾਂਜੀ ਹਰਪ੍ਰੀਤ ਜੀ, ਤੁਹਾਨੂੰ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ ਸੀ ਤੁਸੀਂ ਬੜੂ ਸਾਹਿਬ ਅਕੈਡਮੀ ਦੇ ਨਾਲ ਜੁੜੇ? ਵੀਰ ਜੀ, ਮੈਂ ਆਪਣੇ ਵਿਆਹ ਤੋਂ ਬਾਅਦ, ਮੇਰੇ ਹਸਬੈਂਡ ਬੜੂ ਸਾਹਿਬ ਅਕੈਡਮੀ ਨਾਲ ਜੁੜੇ ਹੋਏ ਸਨ, ਤੇ ਮੈਂ ਵਿਆਹ ਤੋਂ ਬਾਅਦ ਬੜੂ ਸਾਹਿਬ ਵਿਜ਼ਿਟ ਕੀਤਾ। ਮੈਂ ਉਧਰ ਉਹਨਾਂ ਨੇ ਪੂਰਾ ਆਪਣਾ ਸਕੂਲ ਵਿਜ਼ਿਟ ਕਰਾਇਆ, ਕਿਸ ਤਰ੍ਹਾਂ ਐਜੂਕੇਸ਼ਨ ਹੁੰਦੀ ਹੈ। ਅਸੀਂ ਉਧਰ ਇੰਗਲਿਸ਼ ਦੀ ਲੈਬ 'ਚ ਗਏ
ਐਂਡ ਮਤਲਬ ਬੱਚੇ ਦ ਵੇ ਦੇ ਵਰ ਲਰਨਿੰਗ ਇੰਗਲਿਸ਼, ਉਹਨਾਂ ਨੇ ਇਦਾਂ ਹੈਡਫੋਨਸ ਪਾਏ ਹੋਏ ਸਨ ਐਂਡ ਦੇ ਲਿਸਨ ਐਂਡ ਦੇ ਸੁਣ ਕੇ ਕਿ ਉਹ ਕਿਸ ਤਰ੍ਹਾਂ ਦਾ ਐਕਸੈਂਟ ਬੋਲਦੇ ਨੇ। ਇਟਸ ਨਾਟ ਜਸਟ ਰੀਡਿੰਗ ਫਰਮ ਦ ਬੁੱਕਸ, ਰਾਈਟ? ਸੁਣ ਕੇ ਕਿ ਵਰਲਡ ਵਿੱਚ ਹੁਣੇ ਕਿਸ ਤਰ੍ਹਾਂ ਦਾ ਐਕਸੈਂਟ ਬੋਲਿਆ ਜਾ ਰਿਹਾ, ਦੇ ਆਰ ਡੂਇੰਗ। ਫਿਰ ਮੇਰੀ ਆਪਣੀ ਨੀਸ ਉੱਥੇ ਪੜਦੀ ਹੈ ਐਂਡ ਲਾਈਕ she knows how to try to look out for things। ਜਿਸ ਤਰ੍ਹਾਂ ਟੀਚਰ ਨੇ ਉਹਨੂੰ ਕਹਿਤਾ ਕਿ ਤੁਹਾਨੂੰ ਬਈ ਇਸ ਟੌਪਿਕ ਦੇ ਬਾਰੇ ਮੈਨੂੰ ਦੱਸੋ, ਸੋ ਬੱਚਾ ਖੁਦ ਸੋਚਦਾ ਹੈ, ਫਿਰ ਗੂਗਲ ਕਰਦਾ ਹੈ, ਸਰਚ ਕਰਦਾ ਹੈ, ਪੁਆਇੰਟਸ ਲਿਖਦਾ ਹੈ। ਸੋ ਉਹਨਾਂ ਨੂੰ ਇੱਕ ਐਕਸਪਲੋਰੇਸ਼ਨ ਦਾ ਉਹ ਜ਼ੀਲ ਦੇਣਾ ਕਿ ਐਕਸਪਲੋਰ ਫॉर ਆਂਸਰਸ, ਉਹਨਾਂ ਦੇ ਅੰਦਰ ਕਿਉਰਿਓਸਿਟੀ ਜਗਾਣਾ, ਦੈਟਸ ਦ ਥਿੰਗ ਵਿਚ ਮੋਟੀਵੇਟਡ ਮੀ। ਅਨਦਰ ਥਿੰਗ ਵਿਚ ਵਾਸ ਰੀਅਲੀ ਆਪਣੇ, ਜਿਸ ਤਰ੍ਹਾਂ ਅਸੀਂ 10th ਬੋਰਡ ਕੀਤਾ ਹੈ ਆਪ, ਤੇ ਆਪ ਨੂੰ ਵੀ ਪਤਾ ਹੋਏਗਾ ਆਪਣਾ ਕਿੰਨਾ ਸਟ੍ਰੈਸਫੁਲ ਹੁੰਦਾ ਹੈ, ਰਾਈਟ? ਬੋਰਡ ਦੇ ਟਾਈਮ ਇਟਸ ਲਾਈਕ ਬੜਾ ਡਰ ਲੱਗਦਾ ਹੈ ਯਾਰ ਕੱਲ ਬੋਰਡ ਹੈ, ਬੱਚੇ ਸੌਂਦੇ ਨਹੀਂ, ਰਾਤੀ ਰਾਤੀ ਪੜ੍ਹੀ ਜਾ ਰਹੇ ਨੇ। ਅਸੀਂ ਉੱਥੇ ਗਏ ਤੇ ਇੱਕ ਬੱਚਾ ਬਾਸਕਟਬਾਲ ਖੇਲ ਰਿਹਾ ਸੀ, ਸਾਡੀ ਵੈਸੇ ਉਹਦੇ ਨਾਲ ਗੱਲਬਾਤ ਹੋ ਗਈ ਤੇ ਪਤਾ ਚੱਲਿਆ ਉਹ 10th ਦਾ ਬੱਚਾ ਹੈ, ਉਹਦਾ ਕੱਲ ਬੋਰਡ ਦਾ ਪੇਪਰ ਹੈ ਔਰ ਉਹ ਬਾਸਕਟਬਾਲ ਖੇਲਦਾ ਪਿਆ ਸ਼ਾਮੀ, ਕੋਈ ਟੈਨਸ਼ਨ ਨਹੀਂ। ਤੇ we were really amazed and we asked him ਕਿ ਮਤਲਬ ਫਿਕਰ ਨਹੀਂ ਹੋ ਰਹੀ, ਬਿਕਾਜ਼ ਇਟ ਵਾਸ ਸਮਥਿੰਗ ਸਰਪ੍ਰਾਈਜ਼ਿੰਗ ਟੂ ਅਸ। ਤੇ ਅਸੀਂ ਕਿਹਾ ਫਿਕਰ ਨਹੀਂ ਹੋ ਰਹੀ, ਕੱਲ ਬੋਰਡ ਦਾ ਪੇਪਰ ਹੈ, ਪੜ੍ਹਨਾ ਨਹੀਂ ਹੈ, ਪੜ੍ਹਾਈ ਹੋ ਗਈ? ਸੋ ਹੀ ਵਾਸ ਲਾਈਕ ਮੈਂ ਤੇ ਰੋਜ਼ ਹੀ ਪੜ੍ਹਦਾ, ਮੇਰੇ ਤੇ ਰੂਟੀਨ ਵਿੱਚ ਹੈ, ਸੋ ਮੈਨੂੰ ਤੇ ਆਂਦਾ, ਮੈਂ ਤੇ ਕੱਢ ਲਾਂਗਾ ਪੇਪਰ ਆਰਾਮ ਨਾਲ। ਹੀ ਵਾਸ ਸੋ ਸਟ੍ਰੈਸ ਫ੍ਰੀ। ਸੋ ਉਹ ਚੀਜ਼ ਕਿ ਇੱਕ ਵੈਲਿਊ ਬੇਸਡ ਐਜੂਕੇਸ਼ਨ, stress free education, a child can enjoy his education. So those were the main things which motivated me to be to join this, to volunteer for this organization. ਬਿਲਕੁਲ ਜੀ, ਬਿਲਕੁਲ। ਵਾਕਈ ਪੜ੍ਹਾਈ ਨੂੰ ਜੇ ਬੋਝ ਨਾ ਸਮਝਿਆ ਜਾਵੇ, ਜੇ ਸਿਰਫ ਜਾ ਕੇ ਪੇਪਰਾਂ ਦੇ ਵੇਲੇ ਪੜ੍ਹਨਾ, ਜਦੋਂ ਜਿਵੇਂ ਪਹਿਲਾਂ ਸਾਡੇ ਟਾਈਮ ਤੇ ਪੜ੍ਹਦੇ ਹੁੰਦੇ ਸੀਗੇ, ਤਾਂ ਪਰ ਹੁਣ ਲੋੜ ਹੈ ਇਸ ਤਰ੍ਹਾਂ ਦੀ ਅਕੈਡਮੀਜ਼ ਦੇ ਵਿੱਚ ਇਹ ਚੀਜ਼ਾਂ ਦੇਖਣ ਦੀ। ਸਾਨੂੰ ਉੱਥੇ ਜਾ ਕੇ ਵਿਜ਼ਿਟ ਕਰਨਾ ਚਾਹੀਦਾ। ਅਸੀਂ ਉੱਥੇ ਜਦੋਂ ਪੰਜਾਬ ਜਾਂਦੇ ਹਾਂ ਫੈਮਿਲੀ ਦੇ ਨਾਲ, ਤਾਂ ਉੱਥੇ ਅਸੀਂ ਹੋਰ ਵੀ ਤਾਂ ਬਹੁਤ ਥਾਵਾਂ ਤੇ ਘੁੰਮਣ ਜਾਂਦੇ ਹਾਂ। ਕੋਈ ਵੰਡਰਲੈਂਡ ਜਾਂਦਾ ਹੈ, ਕੋਈ ਚੰਡੀਗੜ੍ਹ ਲੇਕ ਤੇ ਘੁੰਮਣ ਜਾਂਦਾ, ਤੇ ਨਾਲ ਦੀ ਨਾਲ ਇਹ ਬੜੂ ਸਾਹਿਬ ਦੇ ਜਿੰਨੇ ਸਕੂਲ ਬਣੇ ਨੇ ਨਾ, ਉਹਨਾਂ ਦੇ ਵਿੱਚ ਆਪ ਵਿਜ਼ਿਟ ਕਰਕੇ ਜ਼ਰੂਰ ਦੇਖਿਆ ਕਰੋ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ, ਜੇ ਹਲੇ ਨਹੀਂ ਤੁਸੀਂ ਇਨਫਲੂਐਂਸ ਹੋਏ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਜਦੋਂ ਤੁਸੀਂ ਆਪ ਸਾਰੀਆਂ ਚੀਜ਼ਾਂ ਆਪਣੀਆਂ ਅੱਖਾਂ ਦੇ ਨਾਲ ਵੇਖ ਲਓਗੇ, ਤਾਂ ਸ਼ਾਇਦ ਉਦੋਂ ਤੁਹਾਨੂੰ ਲੱਗੇਗਾ ਵੀ ਹਾਂ, ਸਾਨੂੰ ਇਸ ਕੰਮ ਵੱਲ ਵੀ ਜ਼ੋਰ ਦੇਣ ਦੀ ਲੋੜ ਹੈ, ਇਸ ਸੰਸਥਾ ਦੇ ਨਾਲ ਜੁੜਨ ਦੀ ਲੋੜ ਹੈ। ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ ਚੈਨਲ ਪੰਜਾਬੀ ਦੇ ਨਾਲ। ਹਰ ਸ਼ਨੀਵਾਰ ਸ਼ਾਮ ਨੂੰ 7 ਵਜੇ ਪੀਟੀ ਟਾਈਮ, ਯਾਨੀ ਕਿ ਸਰੀ ਦੇ ਟਾਈਮ, ਇਹ ਪ੍ਰੋਗਰਾਮ ਜਿਹੜਾ ਚੈਨਲ ਪੰਜਾਬੀ ਤੇ ਟੈਲੀਕਾਸਟ ਕੀਤਾ ਜਾਂਦਾ ਹੈ, ਔਰ ਉਸ ਤੋਂ ਬਾਅਦ ਚੈਨਲ ਪੰਜਾਬੀ ਦੇ ਫੇਸਬੁੱਕ ਪੇਜ ਔਰ YouTube ਪੇਜ ਤੇ ਵੀ ਇਹ ਪ੍ਰੋਗਰਾਮ ਜਿਹੜਾ ਅਪਲੋਡ ਕੀਤਾ ਜਾਂਦਾ ਹੈ। ਤੁਸੀਂ ਜੁੜੇ ਰਹਿਣਾ ਇਸੇ ਤਰ੍ਹਾਂ। ਅਸੀਂ ਹੋਰ ਵੀ ਕਈ ਗੱਲਾਂ ਬਾਤਾਂ ਕਰਨੀਆਂ ਨੇ, ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚੈਨਲ ਪੰਜਾਬੀ ਤੇ। ਤੁਸੀਂ ਦੇਖ ਰਹੇ ਹੋ ਕਲਗੀਧਰ ਟਰੱਸਟ ਬੜੂ ਸਾਹਿਬ ਨਾਲ ਰਿਲੇਟਡ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ, ਔਰ ਸਾਡੇ ਨਾਲ ਇਸ ਸੈਗਮੈਂਟ ਦੇ ਵਿੱਚ ਵੀ ਰਵੀਦੀਪ ਕੌਰ ਮੁਕਤਾ ਜੀ ਅਮਰੀਕਾ ਤੋਂ ਜੁੜਨਗੇ, ਔਰ ਉਸੇ ਤਰ੍ਹਾਂ ਜੁੜੇ ਹੋਏ ਨੇ ਪਿਛਲੇ ਸੈਗਮੈਂਟ ਤੋਂ ਹਰਪ੍ਰੀਤ ਸਿੰਘ ਜੀ ਕੈਲਗਰੀ ਤੋਂ, ਔਰ ਹਰਪ੍ਰੀਤ ਕੌਰ ਜਿਹੜੇ ਕਿ ਟੋਰਾਂਟੋ ਤੋਂ ਇਸ ਵਾਰੀ ਅੱਜ ਪਹਿਲੀ ਵਾਰੀ ਸਾਡੇ ਨਾਲ ਅੱਜ ਜੁਆਇਨ ਕੀਤਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ। ਔਰ ਰਵੀਦੀਪ ਕੌਰ ਜੀ, ਆਪਾਂ ਜਿਸ ਤਰ੍ਹਾਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ, ਅਲੱਗ-ਅਲੱਗ ਕੈਟੇਗਰੀਜ਼ ਦੇ ਵਿੱਚ ਤੁਸੀਂ ਜਿਹੜੀ ਹੈਲਪ ਲੋਕਾਂ ਤੱਕ ਕੀਤੀ ਹੈ, ਪ੍ਰੋਗਰਾਮ ਸੀ ਤੁਹਾਡੇ, ਮੈਨੂੰ ਪਤਾ ਲੱਗਿਆ ਵੀ 7 ਪ੍ਰੋਗਰਾਮ ਸੀ ਤੁਹਾਡੇ, ਜਿਹਦੇ ਵਿੱਚ ਕਿਸਾਨਾਂ ਦੇ ਬੱਚਿਆਂ ਨੂੰ ਤੁਸੀਂ ਪੜ੍ਹਾਇਆ, ਉਹਨਾਂ ਕਿਸਾਨਾਂ ਦੇ ਬੱਚਿਆਂ ਨੂੰ ਜਿਹੜੇ ਕਿ ਕਿਸੇ ਨਾ ਕਿਸੇ ਕਾਰਨ ਖੁਦਕੁਸ਼ੀ ਕਰ ਗਏ ਨੇ, ਔਰ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਨਹੀਂ। ਫਿਰ ਇਸੇ ਤਰ੍ਹਾਂ ਤੁਸੀਂ ਜਿਹੜੇ ਗ੍ਰੰਥੀ ਸਿੰਘਾਂ ਦੇ ਬੱਚੇ ਆ, ਕਿਉਂਕਿ ਗ੍ਰੰਥੀ ਸਿੰਘਾਂ ਦੇ ਬੱਚੇ, ਉਹਨਾਂ ਦੀ ਉਸ ਲੈਵਲ ਤੇ ਪੇ ਨਹੀਂ ਹੁੰਦੀ ਜਿਸ ਲੈਵਲ ਤੇ ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਹੈ, ਉਹ ਡਿਜ਼ਰਵ ਕਰਦੇ ਨੇ, ਸਾਡੇ ਕੌਮ ਦੇ ਹੀਰੇ ਨੇ ਇਹ ਸਾਰੇ ਗ੍ਰੰਥੀ, ਔਰ ਇਹਨਾਂ ਦੇ ਬੱਚਿਆਂ ਨੂੰ ਤੁਸੀਂ ਪੜ੍ਹਾਉਣ ਦੇ ਲਈ ਇੱਕ ਹੋਰ ਕੈਟੇਗਰੀ ਵਿੱਚ ਰੱਖਿਆ ਹੋਇਆ। ਇਸ ਤਰ੍ਹਾਂ ਦੇ ਕਿੰਨੇ ਕੁ ਪ੍ਰੋਗਰਾਮ ਬੜੂ ਸਾਹਿਬ ਅਕੈਡਮੀਜ਼ ਦੇ ਵਿੱਚ ਦਿੱਤੇ ਜਾਂਦੇ ਨੇ? ਜਿਹੜੇ ਮੈਂ ਉਹਨਾਂ ਬੱਚਿਆਂ ਦੀ ਗੱਲ ਕਰ ਰਿਹਾ ਜਿਹੜੇ 26,000 ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ। ਟੋਟਲ 70,000 ਸਟੂਡੈਂਟਸ ਹੁਣ ਇਸ ਟਾਈਮ ਪੜ੍ਹਦਾ, ਸੋ 26,000 ਦੇ ਵਿੱਚ ਕਿਹੜੀ ਕੈਟੇਗਰੀ ਆਉਂਦੀ ਹੈ? ਸਾਡੇ ਵਿੱਚ ਜੀ ਐਗਜ਼ੈਕਟ 7 ਕੈਟੇਗਰੀਜ਼ ਹੈਗੀਆਂ ਨੇ, ਜਿਹਦੇ ਵਿੱਚੋਂ ਇੱਕ ਕੈਟੇਗਰੀ ਤੇ ਐਜ਼ ਯੂ ਟੋਲਡ ਜਿਹੜਾ ਗ੍ਰੰਥੀ ਸਿੰਘਾਂ ਦੀ ਹੈ ਨਾ, ਆਈ ਮੈਂਸ਼ਨਡ ਯੂ ਬਿਫੋਰ, ਕਿ ਉਹਦੇ ਵਿੱਚ ਜਿਹੜਾ ਕਿ ਬਾਬਾ ਜੀ ਦਾ ਆਸ਼ਾ ਹਮੇਸ਼ਾ ਰਿਹਾ ਕਿ ਗ੍ਰੰਥੀ ਸਿੰਘਾਂ ਦੀ ਤਨਖਾਹਾਂ ਬਹੁਤ ਘੱਟ ਹੁੰਦੀਆਂ ਹੈ, ਤੇ ਗ੍ਰੰਥੀ ਸਿੰਘ ਦਾ ਬੱਚਾ ਗ੍ਰੰਥੀ ਸਿੰਘ ਹੀ ਕਿਉਂ ਬਣੇ, ਐਜੂਕੇਸ਼ਨ ਹੀ ਅਗਰ ਮਿਲ ਜਾਏ ਤੇ ਉਹ ਬਹੁਤ ਸੋਹਣੇ ਤਰੀਕੇ ਨਾਲ ਜੋ ਗ੍ਰੰਥੀ ਸਿੰਘ ਦੀ ਜੌਬ ਕਰਦੇ ਵੀ ਨੇ,
ਸਾਡੇ ਆਉਣ ਵਾਲੀ ਪਨੀਰੀ ਨੂੰ ਸਾਡੇ ਬੱਚਿਆਂ ਨਾਲ ਕਮਿਊਨੀਕੇਟ ਕਰ ਪਾਉਣਗੇ। ਹੁਣ ਆਪਾਂ ਇੱਥੇ ਸਕੂਲਾਂ 'ਚ ਵੀ ਜਾਂਦੇ ਹਾਂ ਤੇ ਗੁਰਦੁਆਰੇ 'ਚ ਜਾਂਦੇ ਹਾਂ, ਸਾਡੇ ਬੱਚੇ ਕਹਿੰਦੇ ਸਾਨੂੰ ਸਮਝ ਨਹੀਂ ਆਉਂਦਾ ਬਾਬਾ ਜੀ ਕੀ ਬੋਲਦੇ। ਫਿਰ ਉਹ ਸਕਰੀਨ ਦੇ ਉੱਤੇ ਅੱਜ ਕੱਲ੍ਹ ਤੇ ਚੱਲ ਪਿਆ ਕਿ ਇੰਗਲਿਸ਼ ਦੇ ਵਿੱਚ ਨਾਲ ਬਟ ਜੇ ਸਾਡੇ ਗ੍ਰੰਥੀ ਪ੍ਰਚਾਰਕ ਵੀ ਐਜੂਕੇਟਿਡ ਹੋਣਗੇ ਤੇ ਉਹ ਹੋਰ ਕਹਿੰਦੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ ਆਪਣੀ ਪਨੀਰੀ ਨੂੰ ਸਾਂਭਣ ਦੇ ਵਿੱਚ, ਕਿ ਜਿਹੜੀ ਪਨੀਰੀ ਗੁਰਦੁਆਰੇ ਜਾਂਦੀ, ਰਾਈਟ। ਤੇ ਆਪਣੇ ਵੀ ਜੀ ਜਿਹੜੇ ਕਿ ਸੁਸਾਈਡ ਕੀਤੇ ਜਿਹੜੇ ਕਿਸਾਨਾਂ ਨੇ, ਉਹਨਾਂ ਦੇ ਬੱਚੇ ਉਹ ਕੈਟੇਗਰੀ ਜਿਹੜੀ ਹੈ ਸਾਡੀ, ਅਸੀਂ ਉਹਨਾਂ ਨੂੰ ਫ੍ਰੀ ਪੜ੍ਹਾਉਂਦੇ ਹੈਗੇ ਆ। ਪਲੱਸ ਵੀਰ ਜੀ ਕੀ ਨਾਮ ਹੈ, ਵਿਡੋ ਜਿਹੜੀਆਂ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਪਤੀ ਪੂਰੇ ਹੋ ਗਏ, ਹੁਣ ਮਾਵਾਂ ਕੱਲੀਆਂ ਰਹਿ ਗਈਆਂ ਨੇ, ਉਹਨਾਂ ਦੇ ਬੱਚੇ ਤੇ ਅਸੀਂ ਬੜੇ 1 ਮਿੰਟ ਵਿੱਚ ਫ੍ਰੀ ਲੈ ਲੈਂਦੇ ਹੈਗੇ ਆ, ਫ੍ਰੀ, ਹਨਾ। ਤੇ ਲੇਬਰਰ ਵੀਰ ਜੀ ਜਿਹੜੇ ਕਿ ਲੇਬਰ ਕਰਦੇ ਹੈਗੇ, ਰਾਈਟ, ਤੇ ਜਿਹੜੇ ਕਿ ਬਹੁਤ ਘੱਟ ਤਨਖਾਹ ਤੇ ਖੇਤਾਂ ਵਿੱਚ ਜਾ ਕੇ ਕੰਮ ਕਰਦੇ ਨੇ। ਇਹਦਾ ਕ੍ਰਾਈਟੇਰੀਆ ਜਿਹੜਾ ਵੀਰ ਜੀ ਸੈੱਟ ਕੀਤਾ ਹੋਇਆ ਹੈ ਕਿ ਜਿਵੇਂ ਤੁਹਾਡੀ ਜਿਹੜੀ ਐਨੂਅਲ ਇਨਕਮ ਹੈਗੀ ਹੈ ਉਹ ਆਈ ਥਿੰਕ ₹1,00,000 ਹੈਗੀ ਹੈ, ਉਹ ਹੋਵੇ, ਜਿਵੇਂ 10,000 ਹੋ ਗਿਆ, 8,000 ਮਹੀਨੇ ਦਾ, 10,000 ਮਹੀਨੇ ਦਾ, ਤੇ ਉਹ ਗਾਈਡਲਾਈਨਸ ਦੇ ਜਿਹੜੀ 1 ਏਕੜ ਤੋਂ 2 ਏਕੜ ਤੋਂ ਘੱਟ ਜ਼ਮੀਨ ਹੋਵੇ, ਉਹਨਾਂ ਦੀ ਆਮਦਨ ਵੀ ਘੱਟ ਹੀ ਹੁੰਦੀ ਹੈ ਵੀਰ ਜੀ ਨਾ ਖੇਤੀਬਾੜੀ ਵਿੱਚ, ਉਹਨਾਂ ਦੇ ਬੱਚੇ ਜਿਹੜੇ ਅਸੀਂ ਲੈ ਲੈਂਦੇ ਹਾਂ। ਪਲੱਸ ਜਿਵੇਂ ਕਿ ਕਾਫੀ ਕੇਸ ਆ ਜਾਂਦੇ ਨੇ ਕਿ ਜਿਵੇਂ ਪਾਕਿਸਤਾਨ ਹਿੰਦੁਸਤਾਨ ਦਾ ਪਿੱਛੇ ਝਗੜਾ ਹੋਇਆ ਤੇ ਆਪਣੇ ਸ਼ਹੀਦ ਹੋਏ ਆਪਣੇ ਸਿੰਘ ਵੀਰ, ਤੇ ਸ਼ਹੀਦਾਂ ਸਿੰਘ ਜਿਹੜੇ ਨੇ ਉਹਨਾਂ ਦੇ ਬੱਚਿਆਂ ਦੀ ਤੇ ਪੂਰੀ ਲਾਈਕ ਯੂਨੀਵਰਸਿਟੀ ਲੈਵਲ ਤੱਕ ਦੀ ਪੜ੍ਹਾਈ ਅਸੀਂ ਫ੍ਰੀ ਕਰ ਦਿੰਦੇ ਹੈਗੇ ਆ, ਕਿ ਜਿਹੜੇ ਬਾਰਡਰਾਂ ਤੇ ਜਾ ਕੇ ਮੁਲਕ ਦੀ ਰੱਖਿਆ ਕਰ ਰਹੇ ਨੇ। ਤੇ ਅਸੀਂ ਉਹ ਜਿਹੇ ਸਾਡੇ ਕੋਲ ਕਾਫੀ ਬੱਚੇ ਹੈਗੇ ਨੇ ਜਿਹੜੇ ਕਿ ਅਸੀਂ ਉਹਨਾਂ ਨੂੰ ਲੈਂਦੇ ਹੈਗੇ ਆ। ਤੇ ਸੋ ਜਦੋਂ ਬਸ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੋੜਵੰਦ ਪਰਿਵਾਰ ਹੈਗਾ ਵੇ, ਹਨਾ। ਇੰਜ ਹੁੰਦਾ ਕਿ ਮਦਰ ਨਹੀਂ ਹੈਗੀ, ਪਿਤਾ ਬਟ ਉਹ ਵਿਚਾਰਾ ਘੱਟ ਇਨਕਮ ਹੈ। ਸਾਡੇ ਕੋਲ ਇਹੋ ਜਿਹੇ ਕੇਸ ਵੀ ਨੇ ਕਿ ਮਾਤਾ ਪਿਤਾ ਦੋਨੋਂ ਹੀ ਨਹੀਂ ਹੈਗੇ, ਬੱਚੇ ਰੇਸ ਕਰ ਰਹੇ ਨੇ, ਉਹ ਬੱਚੇ ਵੀ ਸਾਡੇ ਕੋਲ, ਉਹਨਾਂ ਬੱਚਿਆਂ ਨੂੰ ਮੈਂ ਪਰਸਨਲੀ ਮਾਧੋਪੁਰ ਅਕੈਡਮੀ ਜੀ ਤੇ ਰੀਤ ਖੇੜੀ ਅਕੈਡਮੀ 'ਚ ਉਹ ਬੱਚਿਆਂ ਨੂੰ ਮਿਲੀ ਹੋਈਆਂ, ਜਿਨ੍ਹਾਂ ਦੇ ਗ੍ਰੈਂਡ ਪੇਰੈਂਟ ਦੇ ਸਿਰ ਦੇ ਉੱਤੇ ਭਾਰ ਆ ਗਿਆ ਕਿ ਮਾਤਾ ਪਿਤਾ ਦੋਨੋਂ ਹੀ ਨਹੀਂ, ਕਿ ਪੁੱਤਰ ਪੂਰਾ ਹੋ ਗਿਆ, ਮਾਤਾ ਛੱਡ ਗਈ ਬੱਚੇ ਨਾ। ਤੇ ਸੋ ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿੰਨੀ ਵੱਧ ਤੋਂ ਵੱਧ, ਪਲੱਸ ਵੀਰ ਜੀ ਜਿਵੇਂ 3 ਭੈਣ ਭਰਾ ਨੇ, ਮੈਂ ਤੁਹਾਨੂੰ ਦੱਸਿਆ ਸੀ ਵੀਰ ਜੀ ਕਿ ਜਿਵੇਂ ਸਬਸਿਡਾਈਡ ਜਿਹੜੇ ਨਾ, ਕਿ 3 ਭੈਣ ਭਰਾ ਨੇ, ਜਿਵੇਂ 2 ਕੁੜੀਆਂ 1 ਮੁੰਡਾ ਹੈ, ਉਹ ਸਾਡੀ ਬੜੀ ਪ੍ਰਾਇੋਰਟੀ ਹੁੰਦੀ ਹੈ ਕਿ ਅਸੀਂ ਕੁੜੀਆਂ ਦੀ ਮਾਫ ਕਰ ਦਿੰਦੇ ਹਾਂ, ਮੁੰਡੇ ਦੀ ਫੀਸ ਲੈ ਲੈਂਦੇ ਹੈਗੇ ਆ। ਸੋ 3 ਭੈਣਾਂ ਹੈਗੀਆਂ ਨੇ ਤੇ 2 ਭੈਣਾਂ ਦੀ ਫੀਸ, ਭੈਣ ਦੀ ਫੀਸ ਮਾਫ ਕੁੜੀ। ਬਾਬਾ ਜੀ ਕੁੜੀਆਂ ਦੀ ਐਜੂਕੇਸ਼ਨ ਨੂੰ ਹੁੰਦਾ ਕਿ ਆਪਾਂ ਜਿੰਨਾ ਵੱਧ ਤੋਂ ਵੱਧ ਫ੍ਰੀ ਕਰਕੇ, ਕੁੜੀ ਪੜ੍ਹੀ ਹੋਣੀ ਬਹੁਤ ਜ਼ਰੂਰੀ ਹੈ। ਫੰਡਸ ਨਾ ਹੋਣ ਕਰਕੇ, ਫਾਈਨੈਂਸ਼ੀਅਲ ਰਿਸੋਰਸਿਸ ਨਾ ਹੋਣ ਕਰਕੇ, ਮੁੰਡਾ ਸਰਵਾਈਵ ਕਰ ਜਾਏਗਾ, ਬੱਚੀ ਪੜ੍ਹੀ ਹੋਣੀ ਚਾਹੀਦੀ ਹੈ। ਫਿਰ ਉਹਦਾ ਮੈਟਰੀਮੋਨੀਅਲ ਵੈਲਿਊ ਵੱਧ ਗਿਆ, ਸੋਹਰਿਆਂ ਵਿੱਚ ਉਹਦਾ ਸਤਿਕਾਰ ਵੱਧ ਗਿਆ, ਅੱਗੋਂ ਉਹਨੇ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਲੈਣਾ ਵੇ। ਤੇ ਜਿਹੜੀ ਗਰਲ ਸ਼ੁੱਡ ਬੀ ਐਜੂਕੇਟਿਡ ਨਾ, ਉਹ ਬੜਾ ਇੰਪੋਰਟੈਂਟ ਹੈ। ਬਿਲਕੁਲ ਹਾਂਜੀ ਬਿਲਕੁਲ ਜੀ, ਬਿਲਕੁਲ। ਔਰ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੀ ਕੈਟੇਗਰੀਜ਼ ਨੂੰ ਦੱਸਿਆ ਵੀ ਕਿਹੜੀ ਕੈਟੇਗਰੀ ਦੇ ਵਿੱਚ ਤੁਸੀਂ ਬੱਚਿਆਂ ਦੀ ਜਿਹੜੀ ਹੈਲਪ ਕਰਦੇ ਹੋ। 26,000 ਦੀ ਕੈਟੇਗਰੀ ਨੂੰ ਸਾਨੂੰ ਟਾਰਗੇਟ ਕਰਨ ਦੀ ਲੋੜ ਆ ਵੀ ਅਸੀਂ ਉਹਨਾਂ ਦਾ ਜੁੰਮਾ ਚੁੱਕਣਾ ਹੈ, ਤੇ ਉਹਦੇ ਲਈ NRIs ਨੂੰ ਸਾਰੇ ਇਹ ਵਲੰਟੀਅਰਸ ਜਿਹੜੇ ਆ ਉਹ ਇਹ ਕਹਿ ਰਹੇ ਨੇ ਵੀ ਇਸ ਅਕੈਡਮੀ ਦੇ ਨਾਲ ਜੁੜੋ। ਕਈਆਂ ਦੇ ਮਨ ਦੇ ਵਿੱਚ, ਮੇਰੇ ਵੀ ਕਈ ਵਾਰੀ ਇਸ ਸਵਾਲ ਹੁੰਦਾ ਸੀਗਾ ਵੀ ਜੇ ਉੱਥੇ ਬੱਚਿਆਂ ਤੋਂ ਫੀਸ ਲਈ ਜਾਂਦੀ ਆ ਤਾਂ ਫਿਰ ਬੜੂ ਸਾਹਿਬ ਵਾਲੇ ਜਿਹੜੇ ਪੈਸੇ ਲੋਕਾਂ ਨੂੰ ਕਹਿੰਦੇ ਆ ਵੀ ਸਾਨੂੰ ਡੋਨੇਟ ਕਰੋ, ਬੱਚਿਆਂ ਦੀ ਤੁਸੀਂ ਹੈਲਪ ਕਰੋ, ਕਿਉਂ ਕਰਦੇ ਨੇ ਉਹ? ਇਹ 26,000 ਦੀ ਕੈਟੇਗਰੀ ਹੈ ਜਿਹੜੀ, ਉਹਦੇ ਵਿੱਚ ਇਹ ਸਾਨੂੰ ਸਮਝਣ ਦੀ ਲੋੜ ਹੈ ਗੱਲ। ਮੈਂ ਵੀ ਜੀ ਇੱਕ ਗੱਲ ਤੁਹਾਡੇ ਵਿੱਚ ਸੌਰੀ ਟੋਕ ਰਹੀ ਹਾਂ, ਬਟ ਉਹ ਗੱਲ ਬਹੁਤ ਇੰਪੋਰਟੈਂਟ ਹੈ ਸੰਗਤ ਨਾਲ ਸ਼ੇਅਰ ਕਰਨੀ, ਕਿ ਸਾਡਾ ਜਦੋਂ ਕਲਗੀਧਰ ਟਰੱਸਟ, ਜਦੋਂ ਮਾਡਲ ਹਰ ਇੱਕ ਆਰਗੇਨਾਈਜੇਸ਼ਨ ਦਾ ਜਾਂ ਕੰਪਨੀ ਦੇ ਵਿੱਚ ਬਾਏ ਲਾਜ਼ ਬਣਦੇ ਨੇ, ਹਨਾ। ਤੇ ਜਦੋਂ ਉਹਦਾ ਮਾਡਲ ਮਹਾਂਪੁਰਸ਼ਾਂ ਨੇ, ਸੰਤ ਬਾਬਾ ਤੇਜਾ ਸਿੰਘ ਜੀ ਨੇ, ਜਦੋਂ ਬਾਬਾ ਜੀ ਹੋਰਾਂ ਨਾਲ ਮੀਟਿੰਗ ਹੋਈ, ਉਹਨਾਂ ਨੇ ਕਿਹਾ ਸੀ ਇਹੋ ਜਿਹਾ ਮਾਡਲ ਬਣਾਈਏ ਜਿਹੜਾ ਕਦੀ ਵੀ ਟੁੱਟੇ ਨਾ, ਹਨਾ। ਇਹੋ ਜਿਹਾ ਸਟਰਕਚਰ ਬਣਾਈਏ ਕਿ ਸਾਡੇ ਜਿਹੜੇ ਨੇ ਸੈਲਫ ਸਸਟੇਨ ਹੋਣੇ ਬਹੁਤ ਜ਼ਰੂਰੀ ਨੇ, ਕਿ ਅਸੀਂ 100% ਡੋਨੇਸ਼ਨਸ ਤੇ ਜੇ ਵੀਰ ਜੀ, ਕੋਈ ਮਾੜਾ ਜਿਹਾ ਇੱਕ ਵੀਡੀਓ ਆ ਜਾਂਦਾ ਜਿਹੜਾ ਸਾਡਾ ਵੀਡੀਓ ਹੈ ਵੀ, ਰਾਈਟ, ਤੇ ਹੋ ਜਾਂਦਾ ਹੈ ਕਿ ਦੇਖੋ ਜੀ ਇਹ ਵੀ ਵਾਇਰਲ ਹੋ ਗਿਆ, ਡੋਨਰ ਵਿਚਾਰਾ ਜੁੜਿਆ ਹੁੰਦਾ, ਉਹ ਵੀਡੀਓ ਦੇਖਿਆ, ਅਫਵਾਹ, ਝੂਠੀ ਅਫਵਾਹ ਸੁਣ ਕੇ ਉਹ ਡੀਮੋਟੀਵੇਟਿਡ ਹੋ ਗਿਆ। ਹੁਣ ਉਹਨੇ ਕਿਹਾ ਮੈਂ ਡੋਨੇਸ਼ਨ ਨਹੀਂ ਦੇਣੀ। ਜੇ ਅਸੀਂ ਸਾਰੇ ਬੱਚੇ ਅਗਰ ਫ੍ਰੀ ਪੜ੍ਹਾਵਾਂਗੇ ਵੀਰ ਜੀ, ਸਾਡੇ 6500 ਸਟਾਫ ਹੈ ਇਸ ਟਾਈਮ, 6500 ਟੀਚਰ, 6500 ਟੀਚਰਸ, ਉਹਨਾਂ ਦੇ ਘਰ ਦਾ ਜਿੰਨਾ
ਜਿਹੜੀ ਉਹ ਕਲੈਕਟਰ ਟਰਸਟ ਦੇ ਉੱਤੇ ਉਹਨਾਂ ਦੀ ਤਨਖਾਹਾਂ ਕੱਢਣੀਆਂ ਵੀਰ ਜੀ, ਹਨਾ। ਤੇ ਅਸੀਂ ਜੇ 100% ਫ੍ਰੀ ਕਰਦੇ ਹਾਂ, ਅਸੀਂ ਜਿਹੜੀ ਡੋਨੇਸ਼ਨਸ ਇਕੱਠੀਆਂ ਕਰਦੇ ਹਾਂ ਵੀਰ ਜੀ, ਇਹ ਕੁਐਸਚਨ ਆ ਜਾਂਦਾ ਹੈ ਕਿ ਅਸੀਂ ਡੋਨੇਸ਼ਨ ਮੰਗਦੇ ਹਾਂ, ਅਸੀਂ ਡੋਨੇਸ਼ਨ ਲੈ ਕੇ ਜਾਂਦੇ ਹਾਂ, ਪਰ ਫੀਸਾਂ ਕਿਉਂ ਚਾਰਜ ਕਰਦੇ ਹਾਂ। ਜਿਹੜਾ ਉਦੋਂ ਮਹਾਂਪੁਰਸ਼ ਨੇ ਇਹ ਮਾਡਲ ਬਣਾਇਆ ਸੀ ਕਿ ਡੋਨੇਸ਼ਨਸ ਦੇ ਨਾਲ ਬਣਨਗੀਆਂ ਸਕੂਲ ਬਿਲਡਿੰਗਸ, ਕੰਸਟਰਕਸ਼ਨ, ਬਟ ਜਿਹੜੇ ਸਕੂਲ ਚੱਲਣਗੇ ਉਹ ਫੀਸਾਂ ਨਾਲ ਚੱਲਣਗੇ ਤਾਂ ਕਿ ਉਹ ਸੈਲਫ ਸਸਟੇਨ ਰਹਿਣਗੇ। ਵੀਰ ਜੀ ਇਹ ਤੇ ਤੁਹਾਨੂੰ ਵੀ ਪਤਾ ਹੋਏਗਾ, ਲਾਈਕ ਬੜੇ ਸਕੂਲ ਜਿਵੇਂ ਕਿ ਕਾਫੀਆਂ ਨੇ ਮਿਲ ਕੇ ਖੋਲੇ, ਇੱਕ ਦੋ ਮੈਂ ਨਾਮ ਨਹੀਂ ਲਾਂਗੀ, ਜੀ ਉਹਨਾਂ ਨੇ ਸਕੂਲ ਖੋਲੇ, ਡੋਨੇਸ਼ਨ 2 ਸਕੂਲ ਖੁੱਲੇ ਵੀਰ ਜੀ, ਉਹ 4 ਸਾਲ ਬਾਅਦ ਜਾ ਕੇ ਬੰਦ ਹੋ ਗਏ ਕਿਉਂਕਿ ਉਹ 100% ਫ੍ਰੀ ਸਕੂਲ ਸੀਗੇ, ਨਹੀਂ ਚੱਲ ਪਾਏ ਕਿਉਂਕਿ ਡੋਨੇਸ਼ਨ ਦੇ ਉੱਤੇ ਅਸੀਂ ਇੰਨੀ ਇੱਕ ਆਰਗੇਨਾਈਜੇਸ਼ਨ ਨੂੰ ਜੇ ਸੈਲਫ ਸਸਟੇਨ ਆਪਾਂ ਰੱਖਣਾ ਹੈਗਾ, ਅੱਗੋਂ 129 ਸਕੂਲਾਂ ਤੋਂ 500 ਸਕੂਲ ਤੱਕ ਵੀਰ ਜੀ ਜਾਣਾ ਆਪਾਂ ਨੇ। ਸੋ ਹਾਲੇ 7000 ਪਿੰਡ ਜਿਹੜੇ ਅਸੀਂ ਕਵਰ ਕਰਦੇ, ਟੋਟਲ 12000 ਪਿੰਡਾਂ ਨੂੰ ਕਵਰ ਕਰਨਾ ਹੈ, ਜਿਹੜੇ ਕਿ ਸਾਨੂੰ ਸਕੂਲ ਹਾਲੇ ਹੋਰ ਲੋੜ ਹੈ, ਯੂਨੀਵਰਸਿਟੀਆਂ ਦੀ ਸਾਨੂੰ ਹਾਲੇ ਹੋਰ ਲੋੜ ਹੈ। ਬਟ ਜੇ ਅਸੀਂ ਨੂੰ 100% ਫ੍ਰੀ ਪ੍ਰੈਕਟਿਸ, ਕਿਉਂਕਿ ਡੋਨੇਸ਼ਨ ਬਿਲਕੁਲ ਤੇ ਅਸੀਂ ਡਿਪੈਂਡ ਕਰਦੇ, ਰਾਈਟ ਬਿਲਕੁਲ ਵੀਰ ਜੀ? ਬਿਲਕੁਲ ਜੀ ਬਿਲਕੁਲ, ਵਾਕਈ ਉਹ ਜਿਹੜੇ ਤੁਸੀਂ ਬਾਕੀ ਸਟੂਡੈਂਟਸ ਤੋਂ ਫੀਸ ਲੈ ਰਹੇ ਹੋ ਉਹਦੇ ਨਾਲ ਮੈਕੈਨਿਜ਼ਮ ਜਿਹੜਾ ਚੱਲਦਾ ਰਹਿੰਦਾ ਹੈ, ਪਰ ਉਹ ਜਿਹੜੇ ਜਿਨ੍ਹਾਂ ਨੂੰ ਲੋੜ ਹੈ, ਵਾਕਈ ਲੋੜ ਹੈ ਐਜੂਕੇਸ਼ਨ ਦੀ, ਉਹਨਾਂ ਦੇ ਲਈ ਐਨਆਰਆਈਜ਼ ਨੂੰ ਲੋੜ ਹੈ ਬਾਂਹ ਫੜਨ ਦੀ। ਹਰਪ੍ਰੀਤ ਜੀ ਮੈਂ ਤੁਹਾਡੇ ਤੇ ਆਉਣਾ ਚਾਹਾਂਗਾ, ਤੁਸੀਂ ਕੈਨੇਡਾ ਦੇ ਵਿੱਚ ਹੁਣ ਡੀਲ ਕਰਦੇ ਹੋ, ਸਾਰਿਆਂ ਦੇ ਨਾਲ ਗੱਲਬਾਤ ਕਰਦੇ ਹੋ, ਜਿਹੜੇ ਤਾਂ ਤੁਹਾਡੇ ਨਾਲ ਆਲਰੇਡੀ ਜੁੜ ਚੁੱਕੇ ਨੇ ਉਹ ਤਾਂ ਜੁੜੇ ਹੋਏ ਨੇ, ਉਹ ਤਾਂ ਉਹਨਾਂ ਨੂੰ ਤਾਂ ਬੜੂ ਸਾਹਿਬ ਬਾਰੇ ਪਤਾ ਹੈ, ਪਰ ਜਿਹੜੇ ਹਜੇ ਨਹੀਂ ਜੁੜੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਵੀ ਕਿਉਂਕਿ ਮੈਂ ਦੇਖਿਆ ਇੱਥੇ ਅਮਰੀਕਾ ਦੇ ਵਿੱਚ, ਮੈਂ ਸ਼ੁਰੂ ਤੋਂ ਜਦੋਂ ਅਸੀਂ ਇੱਥੇ ਸੈਮੀਨਾਰਸ ਵੀ ਕਰਦੇ ਆ ਭੈਣ ਜੀ ਹੁਣੀ ਆ ਕੇ, ਮੈਂ ਕਾਫੀ ਸੈਮੀਨਾਰਸ ਕਵਰ ਵੀ ਕੀਤੇ ਆ, ਅਟੈਂਡ ਵੀ ਕੀਤੇ ਆ। ਇੱਥੇ ਲੋਕ ਜਿਹੜੇ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਨੇ, ਪਰ ਕੈਨੇਡਾ ਦੇ ਵਿੱਚ ਨਵਾਂ ਪ੍ਰੋਗਰਾਮ ਆ ਕਈਆਂ ਦੇ ਲਈ ਇਹ, ਤੇ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ, ਜਿਹੜੇ ਨਹੀਂ ਜੁੜੇ ਉਹ ਕਿਵੇਂ ਜੁੜ ਸਕਦੇ? ਹਾਂਜੀ ਵੀਰ ਜੀ, ਜਿਹੜੇ ਅੱਜ ਕੱਲ੍ਹ ਲਿਸਨਰ ਤੁਹਾਡੇ ਮੀਡੀਆ ਦੇ ਥਰੂ ਅੱਜ ਸਾਨੂੰ ਸੁਣ ਰਹੇ ਹੈਗੇ ਨੇ, ਉਹ ਮੈਂ ਜੋ ਸਮਝਦਾ ਉਹ ਬਹੁਤ ਵਾਈਜ਼ ਹੈ ਜੀ। ਉਹਨਾਂ ਦਾ ਥਾਟ ਪ੍ਰੋਸੈਸ, ਈਵਨ ਬਜ਼ੁਰਗ ਵੀ ਹੋਣਗੇ, ਉਹ ਦੇ ਨੋ ਐਗਜ਼ੈਕਟਲੀ ਕਿਹੜੀਆਂ ਵੈਲਿਊਜ਼ ਆਪਾਂ ਅੱਜ ਪ੍ਰੋਗਰਾਮ ਵਿੱਚ ਉਹਨਾਂ ਨੂੰ ਦੱਸਣਾ ਚਾਹ ਰਹੇ ਹਾਂ। ਐਂਡ ਉਸ ਤੋਂ ਬਾਅਦ ਜਿਹੜੀਆਂ ਲੇਟਲੀ ਆ ਪ੍ਰੋਗਰਾਮ, ਮੈਂ ਲਾਈਵ ਐਗਜ਼ਾਮਪਲ ਹੀ ਦਿੰਦਾ ਜੀ, ਕੱਲ੍ਹ ਕਾਲ ਆਈ ਸੀਗੀ ਐਂਡ ਇਟ ਵਾਜ਼ ਫਰੋਮ ਵੈਂਕੂਵਰ, ਅਤੇ ਉਹ ਬਜ਼ੁਰਗ ਮਾਤਾ ਜੀ ਸੀਗੇ ਜਿਨ੍ਹਾਂ ਕੋਲ ਜਿਹੜੇ TD ਬੈਂਕ ਜਾਂ ਬੈਂਕ ਜਾ ਕੇ ਡਿਪੋਜ਼ਿਟ ਨਹੀਂ ਕਰ ਸਕਦੇ ਸੀ, ਉਹਨਾਂ ਨੇ ਆਪਣੇ ਬੱਚੇ ਨੂੰ ਦਿੱਤਾ। ਬੱਚੇ ਆਰ ਨਾਟ ਟੂਵਰਡਸ ਮੱਚ ਆਫ ਵਾਟ ਮਾਤਾ ਪਿਤਾ ਸੇ, ਅਤੇ ਉਹਨਾਂ ਨੇ ਉਹ ਰਾਈਟ ਅਵੇ ਬੱਚੇ ਨੂੰ ਜਦੋਂ ਪਤਾ ਲੱਗਿਆ ਕਿ ਇਹ ਆਪਸ਼ਨ ਹੈ ਐਂਡ ਵੀ ਡੂ ਸੇਮ ਸਟੱਫ, ਜਿਹੜੇ ਸ਼ਾਇਦ ਉਹਨਾਂ ਦੀਆਂ ਹੋਰ ਇੱਥੇ ਜਿਹੜੀ ਆਰਗੇਨਾਈਜੇਸ਼ਨ ਨਾਲ ਉਹ ਡੋਨੇਟ ਕਰ ਰਹੇ ਉਹ ਕਰ ਰਹੇ ਆ, ਹੀ ਫੈਲ ਸੋ ਗੁੱਡ ਵਿਦਨ 5 ਮਿੰਟਸ ਵਿੱਚ ਜੀ। ਉਹਨਾਂ ਨੇ ਨਾਟ ਮੱਚ ਪਰ ਹੀ ਵਾਂਟ ਟੂ ਸਟਾਰਟ ਵਿਦ 2 ਬੱਚੇ ਲਾਈਫ ਲੌਂਗ। ਉਹਨਾਂ ਨੇ ਇਹ ਕਿਹਾ ਕਿ ਮੇਰੀ ਐਵਰੀ ਇੱਥੇ ਮਾਸਟਰ ਕਾਰਡ ਤੋਂ ਕੱਟ ਲਿਆ ਕਰੋ ਜੀ। ਸੋ ਇਹ ਮੈਂ ਕਹਿਣਾ ਹੀ ਚਾਹ ਰਿਹਾ ਕਿ ਜਿਹੜੇ ਲਿਸਨਰ ਹੈ ਉਹਨਾਂ ਨੂੰ ਐਗਜ਼ੈਕਟਲੀ ਜਿਹੜੀ ਚੀਜ਼ ਤੁਸੀਂ ਦੱਸ ਰਹੇ ਹੋ ਡਿਲੀਵਰ ਰਾਈਟ ਫਾਰਮ 'ਚ ਹੋ ਜਾਂਦੀ ਹੈ, ਦੈਨ ਉਹ ਦੇ ਮੂਵ ਫਾਸਟ ਕੁਇਕ। ਉਹਨਾਂ ਦੇ ਜਿਹੜੇ ਵੀ ਰਿਸਪੌਂਸ ਕਰਨ ਦਾ ਵੇ ਹੈ, ਫੋਨ ਇਜ਼ ਬੈਸਟ। ਤੁਸੀਂ ਫੋਨ ਕਰਕੇ, ਜੇ ਨਹੀਂ ਵੀ ਤੁਹਾਨੂੰ ਇੰਟਰਨੈਟ ਤੋਂ ਕੁਛ ਪ੍ਰੋਸੈਸ ਕਰਨਾ ਆਉਂਦਾ, ਵੀ ਕੈਨ ਹੈਲਪ ਯੂ ਵਿਦ ਇਟ। ਕਈ ਵਾਰੀ ਤਾਂ ਵੀ ਜੀ ਇਹ ਹੁੰਦਾ ਹੈ ਕਿ ਬੱਚੇ ਨਾਲ ਬੈਠੇ ਲੈਪਟਾਪ 'ਤੇ ਐਮਾਜ਼ੋਨ ਤੋਂ ਕੁਛ ਬਾਏ ਕਰ ਰਹੇ ਹੈਗੇ ਆ। ਜੇ ਅਸੀਂ ਉਹਨਾਂ ਨੂੰ ਇਹੀ ਕਹੀਏ ਕਿ ਬੇਟਾ ਤੂੰ ਆਹ ਵੈਬਸਾਈਟ ਖੋਲ ਜਿਹੜੀ ਕੈਨੇਡੀਅਨ ਰਜਿਸਟਰਡ ਚੈਰਿਟੀ ਹੈਗੀ ਹੈ, ਇੱਥੇ ਤੂੰ $25 ਬੜੂ ਸਾਹਿਬ ਲਈ ਸੈਂਡ ਕਰ, ਐਂਡ ਇਹ ਜੇ ਪ੍ਰੋਸੈਸ ਕਹਿ ਲਓ ਕਿ ਬੱਚੇ ਆਪ ਇਨਵੋਲਵ ਹੋ ਜਾਂਦੇ ਆ ਆਪਣੀ ਸੇਵਿੰਗਸ ਦਾ ਕੁਛ ਪਾਰਟ ਭੇਜਣ ਦੇ ਲਈ, ਉਹ ਬਹੁਤ ਜਲਦੀ ਟਰਨ ਅਰਾਊਂਡ ਹੁੰਦੇ ਵੀ ਜੀ ਟੂ find a way ਕਿ ਇਹਦੇ ਨਾਲ ਮੈਂ I'm supporting a kid of my age, let's say 8ਵੀਂ ਕਲਾਸ ਦਾ 7ਵੀਂ ਕਲਾਸ ਦਾ ਬੱਚਾ another 7ਵੀਂ ਕਲਾਸ ਦੇ ਬੱਚੇ ਨੂੰ ਹੈਲਪ ਕਰ ਰਿਹਾ ਹੈਗਾ। ਐਂਡ ਪੀਪਲ ਆਰ ਜੈਨਰਸ ਇਨ ਟੋਟੈਲਿਟੀ। ਜਿਹੜੇ ਇੱਥੋਂ ਦੇ ਬੱਚੇ ਹੈ ਉਹਨਾਂ ਦੇ ਵੀ ਦਿਲ ਬਹੁਤ ਸਾਫ਼ ਹੈ ਜੀ, ਲੇਕਿਨ ਉਹ ਵੇਜ਼ ਜਾਂ ਉਹ ਮੋਡ ਮੀਡੀਅਨ ਆਪਾਂ ਤੁਹਾਡੇ ਜ਼ਰੀਏ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹਾਂ ਕਿ ਐਵਰੀ ਇੰਡੀਵਿਜੂਅਲ ਕੁਡ ਬੀ ਪਾਰਟ ਆਫ ਇਟ। ਮਨੀ ਡਜ਼ ਨਾਟ ਮੈਟਰ, ਲੇਕਿਨ ਜਿਹੜੀ ਉਹਨੂੰ ਖੁਸ਼ੀ ਮਿਲਣੀ ਹੈ ਨਾ ਜੀ, ਦੈਟ ਵੀ ਰੀਅਲੀ ਹੈਲਪ ਐਂਡ ਔਨ ਗਰਾਊਂਡ ਇਸ ਬੱਚੇ ਨੂੰ ਇੰਪੈਕਟ ਹੋਇਆ, ਜਾਂ ਅਸੀਂ ਇਹਦੀ ਟਿਊਸ਼ਨ ਦੇ ਨਾਲ ਯੂਨੀਫਾਰਮ ਵੀ ਅਸੀਂ ਦਿੱਤੀ ਹੈ, ਉਹ ਜਿਹੜੀ ਸੈਟਿਸਫੈਕਸ਼ਨ ਜੋ ਮੈਂ ਦੇਖਦਾ ਜੀ ਇੱਥੇ ਇਨ ਪਾਸ ਬੱਚੇ ਜਾਂ ਪੇਰੈਂਟਸ ਬਹੁਤ ਵਧੀਆ ਨੂੰ ਐਕਨੋਲੇਜ ਕਰਦੇ ਆ ਕਿ ਹਾਂ ਵੀ ਆਰ ਰੀਅਲੀ ਹੈਪੀ ਕਿ ਇਹ ਚੀਜ਼ਾਂ ਗਰਾਊਂਡ 'ਤੇ ਟੋਟਲੀ ਟੇਕਨ ਕੇਅਰ ਈਅਰ ਬਾਈ ਈਅਰ ਹੋ ਰਹੀਆਂ। ਇਟਸ ਨਾਟ ਕਿ ਇੱਕ ਵਾਰੀ ਹੋਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਛੱਡਤਾ, ਉਹਨੂੰ ਹਰ ਸਾਲ ਰੀਨਿਊ ਕਰਵਾ ਲੈਂਦੇ ਆ। ਸੋ ਦੀਸ ਫੈਕਟਸ ਐਕਚੁਅਲੀ ਪ੍ਰੂਵ ਕਿ
ਜਿਹੜਾ ਉੱਥੇ ਮੈਨੇਜਮੈਂਟ ਉਹਨਾਂ ਦੀ ਟੇਕ ਕੇਅਰ ਕਰ ਰਹੀ ਹੈ, ਉਹਨਾਂ ਦੀ ਪ੍ਰੋਡਕਸ਼ਨ ਰਿਪੋਰਟ ਦਿੰਦੀ ਹੈ ਕੁਆਟਰਲੀ, ਉਹਦੇ ਨਾਲ ਉਹਨਾਂ ਨੂੰ ਲੱਗਦਾ ਕਿ ਅਸੀਂ ਜਿਵੇਂ ਆਪਣੇ ਬੱਚੇ ਦਾ ਰਿਪੋਰਟ ਕਾਰਡ ਦੇਖਦੇ ਉਵੇਂ ਹੀ ਅਸੀਂ ਜਿਹੜੇ ਆ ਬੱਚੇ ਨੂੰ ਸਪਾਂਸਰ ਕੀਤਾ, ਉਹ ਵੀ ਸਾਡੇ ਹੀ ਪਰਿਵਾਰ ਦੇ ਮੈਂਬਰ ਹਨ। ਸੋ ਇਹ ਚੀਜ਼ਾਂ ਹੈਲਪ ਆਊਟ ਕਰਦੀਆਂ ਜੀ। ਇੱਕ ਛੋਟੀ ਜਿਹੀ ਚੀਜ਼ ਮੈਂ ਐਡ ਕਰਦਾ ਜੀ ਕਿ ਜਿਵੇਂ ਭੈਣ ਜੀ ਨੇ ਕਿਹਾ, ਹਰਪ੍ਰੀਤ ਕੌਰ ਜੀ ਨੇ ਕਿਹਾ ਜੋਸ਼ ਦੇ ਨਾਲ ਹੋਸ਼, ਔਰ ਮੁਕਤਾ ਭੈਣ ਜੀ ਨੇ ਬਹੁਤ ਚੰਗੀ ਤਰ੍ਹਾਂ ਦੱਸਿਆ ਕਿ ਜਿਹੜੇ ਪਰਿਵਾਰਾਂ ਦੇ ਬ੍ਰੈਡ ਵਿਨਰਸ ਨਹੀਂ ਦੁਨੀਆ 'ਚ ਰਹਿੰਦੇ, ਉਹਨਾਂ ਦੀਆਂ ਫੀਸਿਸ ਦੀ ਜ਼ਿੰਮੇਵਾਰੀ ਬੜੂ ਸਾਹਿਬ ਲੈ ਰਿਹਾ। ਅੱਜ ਤੋਂ ਨਹੀਂ, ਅੱਜ ਦੇ ਸਾਲ 2020 ਤੋਂ ਨਹੀਂ, ਇਹ ਅਗੇਨ ਪਿਛਲੇ 15 ਸਾਲ ਦਾ ਤਾਂ ਮੈਨੂੰ ਪਤਾ ਹੈ ਜੀ ਕਿ ਉਹ ਪਰਿਵਾਰਾਂ ਦੇ ਜਿੱਥੇ ਜਿੱਥੇ ਹਾਦਸੇ ਹੁੰਦੇ ਆ ਉਹ ਚੀਜ਼ਾਂ ਨੂੰ ਬਾਬਾ ਜੀ ਆਪ ਉਹਨਾਂ ਦੀ ਟੇਕ ਕੇਅਰ ਕਰਦੇ ਆ ਜੀ। ਐਂਡ ਭੈਣ ਜੀ ਵੁੱਡ ਨੋ ਬੈਟਰ, ਇਹਨਾਂ ਦੀ ਕਲਾਸ ਵਿੱਚ ਜਿਹੜੇ ਬੱਚੇ ਦਿੱਲੀ ਤੋਂ ਪੀੜਿਤ ਸਨ ਉਹਨਾਂ ਦੀ ਉਦੋਂ ਤੋਂ ਕਰ ਰਹੇ ਹੈ, ਵਿਚ ਇਜ਼ 86 ਤੋਂ। ਸੋ ਕਹਿਣ ਦਾ ਇਹ ਹੈ ਜੀ ਕਿ ਜਿਹੜੇ CBSE ਬੋਰਡ ਆਪਾਂ ਸ਼ੁਰੂਆਤ ਵਿੱਚ ਕਿਹਾ ਸੀਗਾ, ਉਸ ਤੋਂ ਬਾਅਦ ਜਿਹੜਾ ਇੱਕ ਹੁੰਦੀ ਨਾ ਜੀ ਟਿਕਾਵ ਸੋਝੀ, ਉਹ ਬਾਬਾ ਜੀ ਨੇ ਵੀ ਜਿੰਨੀਆਂ ਅਸੀਂ ਗੱਲਾਂ ਕਰਦੇ ਹਾਂ ਨਾ ਇਕਬਾਲ ਸਿੰਘ ਜੀ ਦੇ ਨਾਲ, ਹੀ ਹਿਮਸੈਲਫ ਇਜ਼ ਡਾਇਰੈਕਟਰ ਰਿਟਾਇਰਡ ਫਰੋਮ ਹਾਰਟੀਕਲਚਰ ਡਿਪਾਰਟਮੈਂਟ, ਐਂਡ ਡਾਇਰੈਕਟਰ ਤੱਕ ਪਹੁੰਚਣਾ ਇੱਕ ਅਸਿਸਟੈਂਟ ਵਾਲੀ ਪੋਜੀਸ਼ਨ ਤੋਂ ਇਟਸ ਅ ਹਿਊਜ ਜਰਨੀ। ਸੋ ਜੇ ਆਪਾਂ ਆਪਣੇ ਆਪ ਨੂੰ ਇੱਥੇ ਸੋਚਦੇ ਕਿ ਅਸੀਂ ਕੁਝ ਕਰ ਲਿਆ, ਨਹੀਂ ਵੀਰ ਜੀ, ਜਿਹੜੀ ਸਟਰਗਲ ਉੱਥੇ ਤੁਸੀਂ ਉਹ ਦੁਨੀਆ 'ਚ ਕਰਦੇ ਹੋ ਨਾ ਜੀ, ਯੂ ਆਰ ਵਾਈਜ਼ਰ ਦੈਨ ਮੋਸਟ ਆਫ ਦੈਮ। ਫਿਰ ਉਹਨਾਂ ਨੇ ਉਹ ਕੀਤਾ ਕਿਉਂ ਸੀਗਾ, ਹਿਮਾਚਲ 'ਚ ਕਿਉਂ ਆਏ, ਉਹ ਸਾਰਾ ਕਿਵੇਂ ਉਹ ਸੰਤ ਤੇਜਾ ਸਿੰਘ ਜੀ ਤੋਂ ਉਹਨਾਂ ਨੇ ਉਹ ਚੀਜ਼ ਨੂੰ ਲਰਨ ਕੀਤਾ, ਕਲਟੀਵੇਟ ਕੀਤੀਆਂ ਉਹ ਵੈਲਿਊਜ਼। ਅਗੇਨ ਉਹ ਚੀਜ਼ਾਂ ਨੂੰ ਜਦੋਂ ਅਸੀਂ ਲਰਨ ਕਰਦੇ ਹਾਂ, ਉਹਨੂੰ ਦੇਖ ਕੇ ਉਹਨਾਂ ਨੇ ਐਮਫਸਾਈਜ਼ ਕੀਤਾ ਵੀ ਓਕੇ, ਹੁਣ 2010 ਤੋਂ ਬਾਅਦ ਸਾਨੂੰ CBSE ਤੋਂ ਇਲਾਵਾ ਨਵਾਂ ਬੋਰਡ ਇੰਟਰੋਡਿਊਸ ਹੋ ਰਿਹਾ ਸੀ ਜੀ, ਵਿਚ ਇਜ਼ IB ਇੰਟਰਨੈਸ਼ਨਲ ਬੈਚਲਰੇਟ, ਕੈਂਬਰਿਜ ਸਟੈਂਡਰਡ ਦੀ ਐਜੂਕੇਸ਼ਨ ਹੈਗੀ ਹੈ ਜੀ। ਉਹ ਵੀ ਉਹਦੇ ਵਿੱਚ ਵੀ ਤੁਹਾਨੂੰ ਇਹ ਚੀਜ਼ ਸੁਣ ਕੇ ਖੁਸ਼ੀ ਹੋਗੀ ਕਿ ਬੜੂ ਸਾਹਿਬ ਵਾਜ਼ ਅ ਓਨਲੀ ਆਰਗੇਨਾਈਜੇਸ਼ਨ ਜਿਨ੍ਹਾਂ ਦੀ who got the first grant to open up a IB school in northern India. So it's not left over only with CBSE school. ਜਿਹੜੀ ਵੀ ਚੀਜ਼ ਸਾਡੇ ਬੱਚਿਆਂ ਦੀ ਐਜੂਕੇਸ਼ਨ ਨੂੰ ਇਨਹੈਂਸ ਕਰ ਸਕਦੀ ਹੈ, ਉਹ ਸਾਰੇ ਸਟੈਪਸ ਐਂਡ ਸਾਰੇ ਉਹ ਚੈਨਲਸ ਉਹਨੂੰ ਇਸਤੇਮਾਲ ਲਗਾਤਾਰ ਕਰ ਰਿਹਾ। ਵਾਈਲ ਵੀ ਆਰ ਟਾਕਿੰਗ ਅਬਾਊਟ IB ਸਕੂਲਸ, ਹੁਣ ਇਸ ਤੋਂ ਅਗਲੀ ਪ੍ਰੋਗਰੈਸ ਵੀ ਚੱਲ ਰਹੀ ਹੈਗੀ ਹੈ, ਉਹ ਵੀ ਅਗਲੇ ਪ੍ਰੋਗਰਾਮ ਵਿੱਚ ਮੈਂ ਤੁਹਾਨੂੰ ਦੱਸੂਗਾ ਜੀ ਕਿ ਵਰਕ ਇਜ਼ ਨੈਵਰ ਸਟਾਪ, ਸੋ ਇਟਸ ਪ੍ਰੋਗਰੈਸਿਵਲੀ ਗੋਇੰਗ ਜੀ। ਜੀ ਬਿਲਕੁਲ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਔਰ ਹਰਪ੍ਰੀਤ ਕੌਰ ਜੀ, ਜਾਂਦੇ ਜਾਂਦੇ ਆਪਣੇ ਕੋਲ ਟਾਈਮ ਬਿਲਕੁਲ ਘੱਟ ਰਹਿ ਗਿਆ, ਪਰ 30 ਸੈਕਿੰਡਸ ਦੇ ਵਿੱਚ ਤੁਹਾਡੇ ਵੱਲੋਂ ਕੀ ਮੈਸੇਜ ਹੈ ਬੜੂ ਸਾਹਿਬ ਦੇ ਨਾਲ ਲੋਕ ਕਿਉਂ ਜੁੜਨ? ਤੁਸੀਂ ਟੋਰਾਂਟੋ ਦੇ ਵਿੱਚ ਰਹਿੰਦੇ ਹੋ ਔਰ ਇੱਥੋਂ ਦੇ ਲੋਕ, ਕੈਨੇਡੀਅਨ ਲੋਕ ਜਿਹੜੇ ਆ, ਉਹ ਕਿਉਂ ਜੁੜਨ ਬੜੂ ਸਾਹਿਬ ਦੇ ਨਾਲ? ਜਾਂਦੇ ਜਾਂਦੇ ਕੀ ਮੈਸੇਜ ਹੈ 30 ਸੈਕਿੰਡ ਦੇ ਵਿੱਚ ਤੁਹਾਡਾ? ਵੀਰ ਜੀ, ਆਪਣੀ ਅੰਦਰੂਨੀ ਖੁਸ਼ੀ ਲਈ ਜੁੜਨ, ਆਪਣੇ ਅੰਦਰ ਨੂੰ ਖੁਸ਼ ਕਰਨ ਲਈ ਜੁੜਨ, ਕਿਉਂਕਿ ਜਦ ਵੀ ਆਪ ਕੋਈ ਏਦਾਂ ਦਾ ਕੰਮ ਕਰਦੇ ਹੋ ਜਿਹਦੇ ਵਿੱਚ ਦੂਸਰੇ ਦਾ ਭਲਾ ਹੁੰਦਾ ਹੈ, ਉਹਦਾ ਤੇ ਭਲਾ ਹੁੰਦਾ ਹੀ ਹੈ, ਬਟ ਆਪ ਨੂੰ ਖੁਦ ਨੂੰ ਖੁਸ਼ੀ ਮਿਲਦੀ ਹੈ। ਸੋ ਆਪਣੇ ਵਾਸਤੇ ਜੁੜਨ, ਆਪਣੀ ਆਤਮਾ ਵਾਸਤੇ ਜੁੜਨ ਔਰ ਹੈਲਪ ਕਰਨ ਤਾਂ ਕਿ ਬਾਕੀ ਬੱਚੇ ਵੀ ਪੜ੍ਹ ਪਾਣ, ਆਪਣੇ ਪੈਰਾਂ ਤੇ ਖੜੇ ਹੋ ਪਾਣ, ਅੱਛੇ ਇਨਸਾਨ ਬਣ ਪਾਣ। ਹਾਂਜੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਰਵੀਦੀਪ ਕੌਰ ਮੁਕਤਾ ਜੀ ਤੁਹਾਡਾ, ਹਰਪ੍ਰੀਤ ਸਿੰਘ ਜੀ ਔਰ ਹਰਪ੍ਰੀਤ ਕੌਰ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਔਰ ਕਲਗੀਧਰ ਟਰੱਸਟ ਬੜੂ ਸਾਹਿਬ ਬਾਰੇ ਜਿਹੜੀ ਸਹੀ ਜਾਣਕਾਰੀ ਆ ਲੋਕਾਂ ਤੱਕ ਲੈ ਕੇ ਆਏ। ਤੁਹਾਡਾ ਕੋਈ ਵੀ ਸਵਾਲ ਹੋਵੇ ਕਲਗੀਧਰ ਟਰੱਸਟ ਬੜੂ ਸਾਹਿਬ ਨਾਲ, ਤੁਸੀਂ ਜੁੜਨਾ ਚਾਹੋ, ਤੁਹਾਡਾ ਕੋਈ ਕੁਐਸਚਨ ਹੋਵੇ, ਤੁਸੀਂ ਡੋਨੇਟ ਕਰਨਾ ਚਾਹੋ, ਤਾਂ ਸਕਰੀਨ ਤੇ ਜਿਹੜਾ ਨੰਬਰ ਆ ਰਿਹਾ ਹਰਪ੍ਰੀਤ ਸਿੰਘ, ਇਹਨਾਂ ਦੇ ਨਾਲ ਤੁਸੀਂ ਜੁੜ ਸਕਦੇ ਹੋ। ਤੇ ਨਾਲ ਦੀ ਨਾਲ ਕੋਈ ਤੁਹਾਡਾ ਸਵਾਲ ਤੁਸੀਂ ਮੈਸੇਜ ਦੇ ਰੂਪ ਦੇ ਵਿੱਚ ਕਰਨਾ ਚਾਹੋ ਤਾਂ ਵੀਡੀਓ ਦੇ ਥੱਲੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ। ਫੇਸਬੁੱਕ ਔਰ YouTube ਅਪਲੋਡ ਚੈਨਲ ਪੰਜਾਬੀ ਦੇ ਪੇਜ ਤੇ ਕੀਤਾ ਜਾਂਦਾ ਹੈ ਇਸ ਪ੍ਰੋਗਰਾਮ ਨੂੰ, ਔਰ ਨਾਲ ਦੀ ਨਾਲ 7 ਵਜੇ ਪੈਸੀਫਿਕ ਟਾਈਮ, ਸਰੀ ਔਰ ਕੈਲੀਫੋਰਨੀਆ ਦਾ ਟਾਈਮ ਹੈ ਜਿਹੜਾ, ਸ਼ਾਮ ਨੂੰ 7 ਵਜੇ ਸ਼ਨੀਵਾਰ ਨੂੰ ਚੈਨਲ ਪੰਜਾਬੀ ਤੇ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਸਕਦੇ ਹੋ। ਸੋ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਚੈਨਲ ਪੰਜਾਬੀ ਦੇ ਨਾਲ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕਲਗੀਧਰ ਟਰੱਸਟ ਬਾਰੇ ਹੋਰ ਗੱਲਾਂ ਬਾਤਾਂ ਜਿਹੜੀਆਂ ਅਗਲੇ ਵੀ ਕਰਾਂਗੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ
ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।